ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਹਰੀ ਦਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨ ਮੰਨੈ ਆਨ ਕੀ ਇੱਕ ਸੱਚੇ ਬਿਨ ਪਤਸ਼ਾਹੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦੀ ਅਤੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਗੁਰੂ ਮਹਾਰਾਜ ਜੀ ਨੇ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ, ਜੋ ਸ਼ਾਮ ਦੇ ਸਮੇਂ ਇਤਿਹਾਸ ਦੀ ਕਥਾ ਦਾ ਸਮਾਂ ਹੈ। ਗੁਰੂ ਕੇ ਪੰਥ ਖਾਲਸੇ ਦਾ ਇਤਿਹਾਸ ਸ੍ਰੀ ਗੁਰੂ ਪੰਥ ਪ੍ਰਕਾਸ਼ ਰਚਿਤ ਗਿਆਨੀ ਗਿਆਨ ਸਿੰਘ ਜੀ। ਇਸ ਗ੍ਰੰਥ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਕੱਲ ਆਪਾਂ ਸੁਲਤਾਨਪੁਰ ਲੋਧੀ ਵਿਖੇ ਆਉਣ ਦੀ, ਕਿਉਂਕਿ ਗੁਰੂ ਸਾਹਿਬਾਨ ਦਾ ਜਿਹੜਾ ਇਤਿਹਾਸ ਹੈ ਉਹ ਸੰਖੇਪ ਦੇ ਰਹੇ ਨੇ। ਉਸ ਤੋਂ ਬਾਅਦ ਪੰਥ ਖਾਲਸੇ ਦਾ ਇਤਿਹਾਸ, ਸਿੱਖ ਮਿਸਲਾਂ ਦਾ ਇਤਿਹਾਸ ਗਿਆਨੀ ਗਿਆਨ ਸਿੰਘ ਜੀ ਨੇ ਦੱਸਣਾ ਹੈ। ਇਹ ਤੇ ਇੱਕ ਸੂਚੀ ਮਾਤਰ ਦੇ ਰਹੇ ਹੈ। ਗੁਰੂ ਪਾਤਸ਼ਾਹ ਮਹਾਰਾਜ ਕਿਵੇਂ, ਕਿਉਂਕਿ ਆਪਾਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਜੋ ਭਾਈ ਗਿਆਨੀ ਸੰਤੋਖ ਸਿੰਘ ਜੀ ਨੇ ਮਹਾਨ ਗ੍ਰੰਥ ਰਚਿਆ, ਫਿਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸਰਵਣ ਕਰ ਚੁੱਕੇ ਹਾਂ। 10 ਪਾਤਸ਼ਾਹੀਆਂ ਦਾ ਬਹੁਤ ਹੀ ਵਿਸਥਾਰ ਦੇ ਇਤਿਹਾਸ ਉਹਨਾਂ ਨੇ ਦਿੱਤਾ ਹੈ। ਔਰ ਗਿਆਨੀ ਗਿਆਨ ਸਿੰਘ ਜੀ ਨੇ ਕਹਿ ਵੀ ਦਿੱਤਾ, ਭਾਈ ਜੇ ਪੂਰਾ ਤੁਸੀਂ ਇਤਿਹਾਸ ਜਾਣਨਾ ਹੈ ਤਾਂ ਸੂਰਜ ਪ੍ਰਕਾਸ਼ ਨੂੰ ਪੜ੍ਹ ਸੁਣ ਲਵੋ। ਇੱਥੇ ਤੇ ਸਿਰਫ ਸੰਖੇਪ ਮਾਤਰ, ਸੂਚੀ ਮਾਤਰ ਅਸੀਂ ਦੇ ਰਹੇ ਹਾਂ। ਇਹ ਕਿਵੇਂ ਸਤਿਗੁਰਾਂ ਨੇ ਇੱਥੇ 13 ਤੋਲੀਆਂ ਮੋਦੀ ਖਾਨੇ ਮੋਦੀ ਦੀ ਜੋ ਨੌਕਰੀ ਕੀਤੀ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜੋ ਵਿਆਹ ਹੈ ਮਾਤਾ ਸੁਲੱਖਣੀ ਜੀ ਨਾਲ ਹੋਇਆ। ਔਰ 2 ਪੁੱਤਰ ਅੱਗੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਚੰਦ ਜੀ ਉਹ ਪ੍ਰਗਟ ਹੋਏ ਹਨ। ਇੱਥੇ ਤੱਕ ਆਪਾਂ ਕੱਲ ਜਿਹੜਾ ਹੈ ਇਤਿਹਾਸ ਸਰਵਣ ਕੀਤਾ ਸੀ। ਭਾਸ਼ਾ ਵਿਭਾਗ ਵੱਲੋਂ ਛਾਪਿਆ ਗਿਆ ਪੰਥ ਪ੍ਰਕਾਸ਼ ਉਹ ਇੱਥੇ ਸਮਾਪਤੀ ਚੌਥੇ ਅਧਿਆਏ ਦੀ ਕਰ ਦਿੰਦੇ ਨੇ, ਲੇਕਿਨ ਦੂਸਰੇ ਛਾਪੇ ਵਿੱਚ ਜੋ ਆਪਾਂ ਆਧਾਰ ਬਣਾ ਰਹੇ ਹਾਂ ਉਹ 5ਵਾਂ ਅਧਿਆਏ ਚੱਲ ਰਿਹਾ ਹੈ।
ਇਸ ਤੋਂ ਅੱਗੇ ਉਹ ਪੰਜਵਾਂ ਅਧਿਆਏ ਚਲਾਉਂਦੇ ਨੇ। ਇੱਥੇ ਤੱਕ ਉਹ ਕਹਿੰਦੇ ਆ, ਲੀਲਾ ਬਾਲ ਵਿਵਾਹ ਕੀ ਮੋਦੀ ਖਾਨੇ ਕੇਰ, ਕਥਾ ਗਾਏ ਇਤ ਧਿਆਏ ਇਹੋ ਭਇਓ ਚਤੁਰ ਤੋਂ ਹੇਰ। ਇੱਥੇ ਭਾਈ ਚਤੁਰ ਤੋਂ ਚੌਥਾ ਜਿਹੜਾ ਵਿਸ਼ਰਾਮ ਹੈ, ਨਿਵਾਸ ਹੋ ਗਿਆ, ਕਹਿ ਲਈਏ ਚੌਥਾ ਅਧਿਆਏ। ਪਰ ਲੇਕਿਨ ਜੋ ਆਪਾਂ ਪੰਜਵੇਂ ਅਧਿਆਏ ਦੀ ਹੋਈ ਕਥਾ ਜਿਹੜੀ ਹੈ ਉਹ ਲੜੀ ਤਹਿਤ ਕਰ ਰਹੇ ਹਾਂ ਕਿ ਇਹ ਜਿਹੜਾ ਇਤਿਹਾਸ ਹੈ ਪੰਜਵੇਂ ਅਧਿਆਏ ਵਿੱਚ ਹੈ, ਕਿਉਂਕਿ ਇਹ ਇਤਿਹਾਸ ਸਾਰਾ ਸੋਧ ਕਰਕੇ ਲਿਖਿਆ। ਉਹ ਤੇ ਅੱਗੇ ਫਿਰ ਸ਼ੁਰੂ ਕਰ ਲੈਂਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਇਤਿਹਾਸ ਤੋਂ, ਤੇ ਕਿ ਸੋੜ ਵੰਸ਼ ਅਵਤੰਗ ਗੁਰ ਰਾਮਦਾਸ ਬਪੁਰਾਮ, ਤਿਨਕੇ ਚਰਨ ਧਿਆਏ ਔਰ ਕਥੋਂ ਕਥਾ ਅਬਿਰਾਮ। ਇਹ ਬੇਈ ਦੀ ਕਥਾ ਫਿਰ ਜਿਹੜੀ ਹੈ ਇੱਥੋਂ ਭਾਸ਼ਾ ਵਿਭਾਗ ਪੰਜਵੇਂ ਅਧਿਆਏ ਤੋਂ ਸ਼ੁਰੂ ਕਰਦਾ। ਆਪਾਂ ਪਿੱਛੋਂ ਜਿਹੜਾ ਹੈ ਅਧਿਆਏ ਪੰਜਵਾਂ ਸ਼ੁਰੂ ਕਰਿਆ ਹੋਇਆ, ਤੇ ਪੰਜਵੇਂ ਅਧਿਆਏ ਵਿੱਚ ਹੀ ਇਹ ਹੁਣ ਕਥਾ। ਆਓ ਅੱਗੇ ਪਿਆਰ ਤੇ ਸਤਿਕਾਰ ਨਾਲ ਜੋ ਕਥਾ ਆ ਰਹੀ ਹੈ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੀਤ ਕਾ ਛੰਦ, ਇਹਨੂੰ ਗੀਤ ਕਾ ਛੰਦ ਜਾਂ ਗੀਆ ਛੰਦ ਵੀ ਲਿਖਿਆ ਹੋਇਆ ਹੈ। ਅਬ ਸੁਨੋ ਗਾਥਾ ਔਰ ਵਿਦ ਪਰ। ਭਾਈ ਹੁਣ ਹੋਰ ਜਿਹੜਾ ਹੈ ਇਤਿਹਾਸ ਗੁਰੂ ਮਹਾਰਾਜ ਜੀ ਦੀ ਕਥਾ ਸਰਵਣ ਕਰੋ। ਚੱਲੀ ਗੁਰ ਕੀ ਜੈਸ ਹੈ, ਜਿਵੇਂ ਗੁਰੂ ਸਾਹਿਬ ਦੀ ਅੱਗੇ ਕਥਾ ਚੱਲੀ ਹੈ। ਇੱਕ ਰੋਜ਼ ਬੇਈ ਨਦੀ ਮੈਂ, ਇੱਕ ਦਿਨ ਬੇਈ ਨਦੀ ਦੇ ਵਿੱਚ ਗੁਰ ਲੱਗੇ ਨਹਾਵਣ ਪੈਸ ਹੈ। ਗੁਰੂ ਸਾਹਿਬ ਜੀ ਇਸ਼ਨਾਨ ਵਾਸਤੇ ਅੰਦਰ ਵੜੇ ਹਨ। ਦਿਲ ਮਾਹੇ ਤਬ ਜਹ ਆ ਗਈ, ਤਾਂ ਮਹਾਰਾਜ ਦੇ ਮਨ ਵਿੱਚ ਦਿਲ ਵਿੱਚ ਇਹ ਗੱਲ ਆਈ, ਅਬ ਤਿਆਗ ਕਰਨੋ ਚਾਹੀਏ। ਹੁਣ ਤੇ ਤਿਆਗ ਕਰਨਾ ਚਾਹੀਦਾ ਹੈ। ਜਿਸ ਕਾਰਜ ਵਾਸਤੇ ਆਏ ਆ, ਇਹ ਸੰਸਾਰ ਨੂੰ ਤਾਰਨਾ, ਜੋ ਉਦਾਸੀਆਂ ਤੇ ਜਾਣਾ ਹੈ, ਇਸ ਕਰਕੇ ਪਰਿਵਾਰ ਦਾ ਹੁਣ ਇੱਥੋਂ ਤਿਆਗ ਕਰਨਾ ਚਾਹੀਏ। ਪਰ ਪਹਿਲ ਹੀ ਹਰ ਲੋਕ ਜਾ ਕਰ। ਤੇ ਪਰ ਪਹਿਲਾਂ ਮਹਾਰਾਜ ਦੇ ਮਨ ਵਿੱਚ ਆਇਆ, ਹਰੀ ਲੋਕ ਸੱਚਖੰਡ ਜਾ ਕਰ ਦਰਸ ਪਰਸ ਉਮਾਹੀਏ। ਉਤਸ਼ਾਹ ਸਹਿਤ ਆਪਣੇ ਨਿਰਾਕਾਰ ਅਕਾਲ ਪੁਰਖ ਬ੍ਰਹਮ ਦੇ ਦਰਸ਼ਨ ਪਰਸ ਆਈਏ। ਇਸ ਤਰ੍ਹਾਂ ਇਹ ਛੰਦ ਹੈ ਲਿਖਿਆ। ਤੇ ਇਸ ਗੀਤ ਕਾ ਜਾਂ ਗੀਆ ਛੰਦ ਭਾਸ਼ਾ ਵਿਭਾਗ ਵਾਲੇ ਲਿਖਦੇ ਨੇ, ਅਬ ਗਾਥ ਔਰ ਭਾਂਤ ਗੁਰ ਕੀ ਸੁਨੋ ਦੈ ਮਨ ਕਾਨ ਹੈ। ਇੱਕ ਰੋਜ਼ ਬੇਈ ਨਦੀ ਮੈਂ ਗੁਰ ਗਏ ਗਏ ਕਰਤ ਇਸ਼ਨਾਨ ਹੈ। ਤਬ ਗयो ਦਰਸ਼ਨ ਦੇਵਤਾ ਨੇ, ਵਰਨ ਜਾ ਕੋ ਨਾਮ ਹੈ। ਵह प्रेम से निज संग गुर को ले गयो हर धाम है। इथे इस भावना ना कि महाराज दे मन विच आई, ਪਹਿਲਾਂ ਅਕਾਲ ਪੁਰਖ ਪਰਮੇਸ਼ਵਰ ਦੇ ਆਪਣੇ ਨਿਰਾਕਾਰ ਬ੍ਰਹਮ ਦੇ ਦਰਸ਼ਨ ਪਰਸੀਏ। ਜਿਉਂ ਹੋਏ ਹੁਕਮ ਅਕਾਲ ਤਿਉਂ, ਫਿਰ ਜਿਵੇਂ ਅਕਾਲ ਦਾ ਨਿਰਾਕਾਰ ਬ੍ਰਹਮ ਦਾ ਹੁਕਮ ਹੋਵੇਗਾ, ਵਿਰਾਟ ਰੂਪ ਦੇ ਵਿੱਚ ਹੈ, ਭਾਵ ਉਹੀ ਅਕਾਲ ਪੁਰਖ ਨੇ ਆਪਣਾ ਸਰਗੁਣ ਸਰੂਪ ਧਾਰਿਆ। ਸਰਗੁਣ ਸਰੂਪ ਨੂੰ ਪੁੱਤਰ ਰੂਪ ਵੀ ਕਿਹਾ ਜਾਂਦਾ ਹੈ ਕਿ ਜਿਵੇਂ ਪਿਤਾ ਤੇ ਪੁੱਤਰ ਦੇ ਵਿੱਚ ਕੋਈ ਫਰਕ ਨਹੀਂ, ਇਸੇ ਤਰ੍ਹਾਂ ਗੁਰਮੁਖੋ ਸਰਗੁਣ ਤੇ ਨਿਰਗੁਣ ਦੇ ਵਿੱਚ ਕੋਈ ਫਰਕ ਨਹੀਂ ਹੈ। ਜਿਉਂ ਹੋਏ ਹੁਕਮ ਅਕਾਲ ਤਿਉਂ, ਜਿਵੇਂ ਅਕਾਲ ਦਾ ਹੁਕਮ ਹੋਵੇ ਉਸ ਤਰ੍ਹਾਂ। ਫਿਰ ਆਏ ਮਤ ਵਿਸਤਾਰੀਏ, ਫਿਰ ਆ ਕੇ ਉਸ ਮਤ ਨੂੰ, ਜੋ ਸਿੱਖੀ ਮਤ ਹੈ, ਉਹਦਾ ਫੈਲਾ ਕਰਨਾ, ਵਿਸਤਾਰ ਕਰਨਾ। ਉਪਦੇਸ਼ ਮੰਤਰ ਤਹੀ ਤੈ ਲੈ, ਉੱਥੋਂ ਹੀ ਅਕਾਲ ਪੁਰਖ ਦੇ ਦਰ ਤੋਂ, ਸੱਚਖੰਡ ਤੋਂ ਉਪਦੇਸ਼ ਮੰਤਰ ਲੈ ਕੇ ਜੀਵ ਗਨ ਭਵ ਤਾਰੀਏ। ਬੇਅੰਤ ਜੀਵਾਂ ਨੂੰ ਸੰਸਾਰ ਤੋਂ ਤਾਰੀਏ। ਇਸ ਖਿਆਲ ਹੀ ਮੈਂ ਥੇ ਅਬੈ। ਗੁਰੂ ਨਾਨਕ ਦੇਵ ਮਹਾਰਾਜ ਇਸ਼ਨਾਨ ਕਰਨ ਵੜੇ ਵੇਈ ਵਿੱਚ, ਇਸ ਖਿਆਲ ਵਿੱਚ ਸਨ ਉਸ ਸਮੇਂ। ਸੁਰ ਬ੍ਰਣ
को हर पठ दयो। उधरों भाई अकाल पुरख परमात्मा ने वरण देवते नूं हुक्म कीता भेजिया है। वह आए हाजर टहल मैं, ते वो आके गुरु साहिब दी सेवा विच हाजिर होया। लवाए हर पै लै गयो। लवाए नाल लै के अकाल पुरख परमात्मा दे दर ते गए हन। सुर कोट ब्रह्मा विशन शिव से, जिथे भाई करोड़ां ही जिहड़े देवते ब्रह्मा विष्णु और शिव इत्यादि जाहे के दरबार में, जो अकाल पुरख परमात्मा दे दरबार अगे खड़े होए। सब थिरे आनन तरफ जोवै, सारे ही अकाल पुरख दे मुख वल वेख रहे ने। हुक्म के विचार में, जो कि अकाल पुरख वाहिगुरु जी दे हुक्म विच हन। जह रैन दिन नह भान होवै, जिथे कोई रात जां दिन प्रतीत नहीं हुंदा है। एक सम प्रकाश है, जो भाई एक रस ही उथे प्रकाश है सचखंड विच। सब सदन धर मणियान सौ, ते सारे जिन्ने उथे घर ने उथों दी धरती है वो मणियां दी बनी हुई है। वर खचत कीनै रास है, चंगियां भाव सारे हीरे जिन्ने जड़त जां कि ये सारे मणियां ही जड़ियां होइयां हन। जन नाम जा को कहत है, इस तरह भाई सेवक जन उसदा नाम ये कहिंदे हन। बैकुंठ जाहर जगत में, कि वो सचखंड है जो कि जगत दे विच नाम प्रगट है। तह जाए बस है भगत जन, उथे जाके जिहड़े वाहिगुरु दी भगती करदे आ वो वसदे ने। जो होत पूरन भगत मैं, ਜਿਹੜੇ ਭਗਤੀ ਦੇ ਵਿੱਚ ਭਾਈ ਪੂਰੇ ਹੁੰਦੇ ਹਨ। ਇੱਕ ਅਤ ਅਨੂਪਮ ਧਾਮ ਮੈਂ, ਤੇ ਉਸ ਜਗ੍ਹਾ ਤੇ ਇੱਕ ਹੋਰ ਅਤ ਅਨੂਪਮ ਉੱਥੇ ਬਹੁਤ ਸੋਹਣਾ ਧਾਮ ਹੈ। ਮਣ ਖਚਤ ਹੇਮ ਸਿੰਘਾਸਨ, ਜਿਹੜਾ ਭਾਈ ਸੋਨੇ ਦਾ ਸਿੰਘਾਸਣ ਹੈ, ਮਣੀਆਂ ਲੱਗੀਆਂ ਹੋਈਆਂ ਨੇ। ਪਰ ਈਸ ਮਾਇਆ ਸਬਲ ਮੂਰਤ, जो भाई माया नू सत्ता देण वाला, माया नू ताकत देण वाला, माया नू प्रेरण वाला परमात्मा ईश्वर। धर थिरे सुख रास नंग, धर थिरे सुख रास नंग। ओ भाई वाहिगुरु परमात्मा अकाल पुरख उस आसन दे उत्ते विराजमान है सुखां सहित। सस सूर सवर करोड़ जाहे, जिथे करोड़ा चंद्रमा सूरज और कामदेव इत्यादिक स्वरूप आगे मंद है। वो अकाल पुरख परमात्मा दे स्वरूप दे सामने सब मंदे पै जांदे ने। जह लोक 14 चराचर, चराचर कहंदे ने तुरन फिरन वाले जीव। चार चराचर दो शब्दां दा जोड़ है, चर ते अचर। चर हुंदा तुरन फिरन वाले, अचर हुंदा ना तुरन फिरन वाले। जूनी जिवें दरख्त है, पत्थर है, वो एक जगह ही है। इस तरह भाई जह लोक 14 चराचर, जिथे 14 लोक होर जिन्ने चर और अचर जूनियां हन, सब चरण जाके बंद है। सारे अकाल पुरख दे चरना ते ही बंदना करदे ने। ओ उस जगह विराजमान है। जब वरण जुत गुर जाए तह, जदों वरण देवता सत्कार नाल सतगुरां नूं लै के गया ते सतगुरु गए हन उस जगह। वह देव देव निहारियो, तां फिर वह देव देवतियां दा पूजन जोग जो है निहारियो कहिए वेखना जानना। आत्मोद जो प्रमोद भा, ते बहुत ही ज्यादा खुशी और आनंद हो गया। वह जाए कैस उचारियो, क्यों जाके वरण देवते ने कह दिता है
ਮੁਖ ਸਹਿਸ ਧਰ ਕਰ ਸ਼ੇਸ਼ ਸੇ। ਜਿਹੜਾ ਭਾਈ ਹਜ਼ਾਰਾਂ ਨੇਤਰ ਧਰਨ ਵਾਲਾ, ਹਜ਼ਾਰਾਂ ਨੇਤਰਾਂ ਵਾਲਾ ਸ਼ੇਸ਼ ਨਾਗ ਇਤਿਆਦਿਕ, ਗੁਰ ਰੈਨ ਦਿਨ ਜਿਹੇ ਗਾਏ ਹੈ। ਜਿਹੜੇ ਭਾਈ ਗੁਰੂ ਪਾਤਸ਼ਾਹ ਮਹਾਰਾਜ ਦੇ ਦਿਨ ਰਾਤ ਉਹ ਵੀ ਗੁਣ ਗਾਉਂਦਾ ਹੈ। ਨਹਿ ਪਰਤ ਥਾਹ ਅਥਾਹ ਕਹਿਤੇ। ਜਿੱਥੇ ਭਾਈ ਕੋਈ ਜਿਹਦਾ ਅੰਤ ਕੀ ਹੈ, ਬੇਅੰਤ, ਕੋਈ ਥਾਂ ਨਹੀਂ, ਅਥਾਹ ਨਹੀਂ। ਭਾਵ ਇਹ ਵੀ ਨਹੀਂ ਕਹਿ ਸਕਦੇ ਕਿ ਅੰਤ ਬੇਅੰਤ, ਕੁਛ ਵੀ ਨਹੀਂ ਜਾਣਿਆ ਜਾਂਦਾ। ਥਕਤ ਵਹਿ ਰਹਿ ਜਾਏ ਹੈ। ਇਉਂ ਨਾਮ ਜਪਦਾ ਜਪਦਾ ਉਹ ਵੀ ਥੱਕ ਜਾਂਦਾ ਹੈ। ਤਬ ਜਗ ਨਿਅੰਤ ਹੀਰ ਗੁਰ ਕੋ। ਤਾਂ ਜਗ ਨਿਅੰਤ ਹੈ, ਜਗਤ ਨੂੰ ਨਿਯੰਤ ਵਾਲਾ, ਪ੍ਰੇਰਨਾ ਕਰਨ ਵਾਲਾ ਕਾਲ ਪੁਰਖ ਪਰਮੇਸ਼ਰ ਨੇ ਗੁਰੂ ਨਾਨਕ ਦੇ ਮਹਾਰਾਜ ਨੂੰ ਆਪਣੇ ਨਿਜ ਸਰਗੁਣ ਸਰੂਪ ਨੂੰ ਵੇਖਿਆ। ਅਤੀ ਨਿਕਟ ਹਕਾਰਿਓ। ਆਪਣੇ ਨੇੜੇ, ਸਭ ਤੋਂ ਨੇੜੇ ਅਕਾਲ ਪੁਰਖ ਨੇ ਬਿਠਾ ਲਿਆ। ਹੁਣ ਇੱਥੇ ਕਈ ਵਾਰ ਹੋ ਸਕਦਾ ਹੈ ਅਕਾਲ ਪੁਰਖ ਹੋਰ ਹੈ, ਗੁਰੂ ਹੋਰ ਹੈ। ਹਾਂ ਭਾਈ, ਇੱਕ ਸਰੂਪ ਨਿਰਗੁਣ ਹੈ, ਇੱਕ ਸਰਗੁਣ ਹੈ। ਨਿਰਗੁਣ ਵਿਰਾਟ ਰੂਪ ਹੈ, ਪ੍ਰਕਾਸ਼ਮਾਨ ਹੈ, ਜਿੱਥੇ ਕਰੋੜਾਂ ਸੂਰਜ ਚੰਦਰਮਾ ਵੀ ਉਹਦਾ ਪ੍ਰਕਾਸ਼ ਬਰਾਬਰੀ ਨਹੀਂ ਕਰ ਸਕਦਾ, ਜੋ ਸਾਰਿਆਂ ਦੇ ਹਿਰਦੇ ਵਿੱਚ ਹੈ। ਜਿਸ ਬ੍ਰਹਮ ਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਕਰਦੇ ਹੈ, ਉਹ ਨਿਰਗੁਣ ਸਰੂਪ ਵਿਰਾਟ ਰੂਪ ਹੈ। ਕੋਸੇ ਨੇ ਆਪਣਾ ਸੁੱਤ ਰੂਪ ਸਰਗੁਣ ਰੂਪ ਬਣਾ ਲਿਆ, ਜੋ 10 ਪਾਤਸ਼ਾਹੀਆਂ ਆਪਾਂ ਕਹਿੰਦੇ ਗੁਰੂ ਮਹਾਰਾਜ। ਤੇ ਹੁਣ ਸਰਗੁਣ ਨਿਰਗੁਣ ਦੇ ਕੋਲ ਗਿਆ। ਇਸ ਕਰਕੇ ਜੋ ਨਿਰਗੁਣ ਵਿਰਾਟ ਹੈ ਉਹ ਤਾਂ ਸਭ ਤੋਂ ਵੱਡਾ ਹੈ, ਇਹ ਉਸੇ ਦਾ ਹੀ ਰੂਪ ਹੈ। ਫਿਰ ਆਪਾਂ ਕਹਿੰਦੇ ਆ ਸਭ ਤੋਂ ਵੱਡਾ ਸਤਿਗੁਰ ਨਾਨਕ, ਕਿਉਂਕਿ ਹੈ ਤਾਂ ਉਸੇ ਬ੍ਰਹਮ ਦਾ ਹੀ ਸਰੂਪ ਹੈ ਨਾ, ਇਹ ਸਰਗੁਣ ਸਰੂਪ ਹੈ। ਗੁਰੂ ਮਹਾਰਾਜ ਅਕਾਲ ਪੁਰਖ ਦੇ ਦਰ ਤੇ ਗਏ। ਤਬ ਜਗ ਨਿਅੰਤ ਹੀਰ ਗੁਰ ਕੋ। ਅਤੀ ਨਿਕਟ ਹਕਾਰਿਓ। ਅਤ ਨੇੜੇ ਆਪਣੇ ਸੱਦਿਆ ਬੁਲਾਇਆ। ਗੁਰ ਬੰਦਨਾ ਬਹੁ ਬਾਰ ਕਰ। ਗੁਰੂ ਸਾਹਿਬ ਜੀ ਬਹੁਤ ਬਾਰ ਬੰਦਨਾ ਕੀਤੀ। ਅਸਤੋਤਰੰ ਉਚਾਰਿਓ। ਅਸਤੋਤਰ ਕਹਿੰਦੇ ਨੇ ਉਸਤਤੀ ਦੇ ਸ਼ਬਦ ਰੂਪ ਉਚਾਰਨ ਕੀਤੇ। ਵਹਿ ਸ਼ਬਦ ਆਸਾ ਰਾਗ ਨੀਮੈ। ਤੇ ਉਹ ਭਾਈ ਜਿਹੜੇ ਸ਼ਬਦ ਹੈ ਕਿਹੜਾ ਉਚਾਰਿਆ, ਉਹਦੇ ਦਰ ਦੀ ਮਹਿਮਾ ਕੀਤੀ। ਉਹ ਆਸਾ ਰਾਗ ਦਾ ਸ਼ਬਦ ਹੈ। ਤੇ ਇਹ ਸ਼ਬਦ 3 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆ ਗਿਆ। ਤੇ ਕਈ ਵਾਰ ਇਹ ਸਵਾਲ ਕੀਤਾ ਜਾਂਦਾ ਹੈ ਕਿ 3 ਵਾਰ ਕਿਉਂ ਉਚਾਰਿਆ ਹੈ। ਇੱਕ ਤਾਂ ਗੁਰਮੁਖੋ ਜਿਹੜਾ ਜਪਜੀ ਸਾਹਿਬ ਦੇ ਵਿੱਚ ਹੈ, ਇਹ ਉਚਾਰਿਆ ਗੁਰੂ ਮਹਾਰਾਜ ਜੀ ਨੇ ਜਦੋਂ ਸਿੱਧਾਂ ਦੇ ਨਾਲ ਵਿਚਾਰ ਹੋਈ, ਉਸ ਸਮੇਂ ਗੁਰੂ ਮਹਾਰਾਜ ਨੇ ਜਿਹੜਾ ਸੋਦਰ ਉਚਾਰਿਆ। ਜਦੋਂ ਸਿੱਧਾਂ ਨੇ ਕਿਹਾ ਪ੍ਰਮਾਤਮਾ ਦਾ ਦਰ ਕੈਸਾ ਹੈ, ਸਿੱਧਾਂ ਨੂੰ ਜਦੋਂ ਦੱਸਿਆ ਤੇ ਉਹ ਸੋਦਰ ਹੈ ਜਪਜੀ ਸਾਹਿਬ ਦੇ ਵਿੱਚ। ਤੇ ਇੱਕ ਸੋਦਰ ਹੈ ਗੁਰਮੁਖੋ ਜਿਹੜਾ ਰਹਿਰਾਸ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਸੋਦਰ ਕਿਹਾ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਇਹ ਸੋਦਰ ਉਚਾਰਿਆ ਜਦੋਂ ਸਤਿਗੁਰੂ ਜੀ ਹੁਣ ਵੇਈ ਨਦੀ ਦੇ ਵਿੱਚ ਚੁੱਭਾ ਮਾਰ ਕੇ ਕਾਲ ਪੁਰਖ ਦੇ ਦਰ ਤੇ ਗਏ ਹਨ, ਮਹਿਮਾ ਕੀਤੀ। ਇੱਕ ਸੋਦਰ ਆਸਾ ਰਾਗ ਵਿੱਚ ਹੈ ਤੇ ਉਹ ਸੋਦਰ ਉਚਾਰਿਆ ਜਦੋਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਧਰੂ ਦੇ ਕੋਲ ਪ੍ਰਹਿਲਾਦ ਧਰੂ ਨੂੰ ਮਿਲ ਕੇ ਭਾਈ ਬਾਲੇ ਮਰਦਾਨੇ ਨੂੰ ਉੱਥੇ ਛੱਡ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਗਏ। ਤੇ ਇਸ ਤਰ੍ਹਾਂ ਕਰਕੇ 3 ਭੇਦ ਹਨ ਸੋਦਰ ਦੇ। ਇਹ ਸੋਦਰ ਉਚਾਰਿਆ ਆਸਾ ਰਾਗ ਦਾ ਸੋਦਰ ਹੈ। ਵਹਿ ਸ਼ਬਦ ਆਸਾ ਰਾਗ ਨੀਮੈ, ਨਾਮ ਸੋਦਰ ਹੈ ਸਹੀ। ਜਿਸ ਬਾਣੀ ਦਾ ਨਾਮ ਸੋਦਰ ਹੈ, ਪੁਨ ਸ੍ਰੀ ਰਾਗ ਮਝਾਰ ਕੋਟੀ। ਫਿਰ ਭਾਈ ਸ੍ਰੀ ਰਾਗ ਦੇ ਵਿੱਚ ਜਿਹੜਾ ਹੈ ਕੋਟੀ ਵਾਲਾ ਸ਼ਬਦ, ਜਿਵੇਂ ਸ੍ਰੀ ਰਾਗ ਮਹੱਲਾ ਪਹਿਲਾ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ। ਉਹ ਕਿਹਾ ਅਕਾਲ ਪੁਰਖ ਨੇ, ਹੇ ਨਾਨਕ ਤੈਨੂੰ ਆਹ ਕਰ। ਮਹਾਰਾਜ ਜੀ ਕਹਿੰਦੇ ਜੇ ਇੰਨਾ ਕੁਛ ਵੀ ਹੋ ਜੇ, ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾਉ, ਤੂੰ ਬੇਅੰਤ ਹੈ। ਇਹ ਭਾਈ ਪੁਨ ਸ੍ਰੀ ਰਾਗ ਮਝਾਰ ਕੋਟੀ, ਮਝਾਰ ਕਹੀਏ ਵਿੱਚ, ਸ੍ਰੀ ਰਾਗ ਦੇ ਵਿੱਚ ਇਹ ਕੋਟੀ ਵਾਲਾ ਸ਼ਬਦ ਕੋਟ ਆ ਰਹਿ ਕਹੀ। ਇਹ ਕੋਟ ਕੋਟੀ ਵਾਲਾ ਸ਼ਬਦ ਜਿਹੜੀ ਹੈ ਕੋਟ ਆ ਰਹਿ ਤੋਂ ਭਈਏ ਆਰਜਾ, ਕੋਟ ਕੋਟੀ ਮੇਰੀ ਆਰਜਾ।
ਇਹ ਸ਼ਬਦ ਕਿਹਾ ਹਰ ਹੋਏ ਮੁਦ ਸਿਤਕਾਰ ਨਾਨਕ। ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਉਪਮਾ ਕੀਤੀ ਅਕਾਲ ਪੁਰਖ ਵਾਹਿਗੁਰੂ ਬੇਅੰਤ ਪ੍ਰਸੰਨ ਹੋਏ। ਤਈ ਨਿਕਟ ਬਿਠਾਰ ਹੈ ਤਾਂ ਆਪਣੇ ਕੋਲ ਬਿਠਾ ਕਰਕੇ ਤਬ ਕਹਿਓ ਤੁਮ ਕੋ ਹੈ ਪਠਿਓ। ਤਾਂ ਅਕਾਲ ਪੁਰਖ ਨੇ ਕਿਹਾ ਹੈ ਨਾਨਕ ਮੈਂ ਆਪਣਾ ਸਰਗੁਣ ਸਰੂਪ ਬਣਾ ਕੇ ਤੈਨੂੰ ਜਗਤ ਤੇ ਭੇਜਿਆ। ਜਿਸ ਹੇਤ ਜਗਤ ਮਝਾਰ ਹੈ, ਜਿਸ ਵਾਸਤੇ ਤੈਨੂੰ ਹੁਣ ਭੇਜਿਆ ਹੈ ਜਗਤ ਵਿੱਚ। ਤੁਮ ਕਿਉ ਨਾ ਅਬ ਲਓ ਨਾਮ ਕਾ। ਤੇ ਹੁਣ ਤੱਕ ਤੁਸੀਂ ਫਿਰ ਕਿਉਂ ਨਹੀਂ ਉਸ ਨਾਮ ਦਾ ਅਬ ਲਓ ਆਸਰਾ ਲੈ ਕਰਕੇ। ਉਪਦੇਸ਼ ਜਗ ਵਿਦਤਾਇਓ। ਜਗਤ ਦੇ ਵਿੱਚ ਉਪਦੇਸ਼ ਨਾਮ ਦੀ ਮਹਿਮਾ ਮੇਰੀ ਮਹਿਮਾ ਨੂੰ ਪ੍ਰਗਟ ਕੀਤਾ। ਜਹ ਬਾਕ ਸੁਨ ਕਰ ਜੋਰ ਗੁਰ। ਇਹ ਬਚਨ ਸੁਣ ਕੇ ਅਕਾਲ ਪੁਰਖ ਦੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਹੱਥ ਜੋੜ ਕੇ ਫਿਰ ਐਸ ਭਾਂਤ ਅਲਾਇਓ। ਫਿਰ ਇਸ ਤਰ੍ਹਾਂ ਬਚਨ ਉਚਾਰਨ ਕੀਤੇ। ਵਹਿ ਨਾਮ ਮੋਹੇ ਉਪਦੇਸ਼ੀਐ। ਇਹ ਅਕਾਲ ਪੁਰਖ ਪਹਿਲਾਂ ਆਪਣੇ ਵੱਲੋਂ ਮੈਨੂੰ ਉਹ ਨਾਮ ਦਾ ਉਪਦੇਸ਼ ਦਿਓ। ਜੋ ਜਾਏ ਮੈਂ ਅਬ ਜਗਤ ਮੈਂ, ਜੋ ਮੈਂ ਜਾ ਕੇ ਜਗਤ ਦੇ ਵਿੱਚ ਉਪਦੇਸ਼ ਕਰ ਕੇ ਜਨਨ ਕੋ। ਲੋਕਾਂ ਨੂੰ ਉਪਦੇਸ਼ ਕਰਕੇ ਪੁਨ ਲਾਏ ਰਾਵਰ ਭਗਤ ਮੈਂ। ਜੋ ਮੈਂ ਤੁਹਾਡੀ ਭਗਤੀ ਵਿੱਚ ਲਾਵਾਂ ਫਿਰ ਜਾ ਕੇ। ਭਾਵ ਬੰਧ ਤੈ ਛੁਟਕਾਵਨੋ। ਇਹ ਜਿਹੜਾ ਭੌਜਲ ਸੰਸਾਰ ਹੈ, ਇਸ ਸੰਸਾਰ ਦੇ ਬੰਧਨਾਂ ਤੋਂ ਛੁਟਕਾਰਾ ਦਵਾ ਕਰਕੇ ਅਨਿਆਸ ਬਿਨ ਹੋਇ ਜੈਸ ਹੀ। ਇਹ ਯਤਨ ਜਿਹੜਾ ਹੈ ਭਾਵ ਤੁਹਾਡੇ ਉਪਦੇਸ਼ ਤੋਂ ਬਿਨਾ ਨਹੀਂ ਹੋ ਸਕਦਾ। ਭਵਨਾਥ ਸੁਨ ਹਿਤ ਸਾਥ ਪੁਨ। ਤਾਂ ਭਵਨਾਥ ਧਰਤੀ ਮਾਲਕ ਅਕਾਲ ਪੁਰਖ ਨੇ ਇਹ ਭਾਈ ਬਚਨ ਗੁਰੂ ਪਾਤਸ਼ਾਹ ਦੇ ਸੁਣ ਕਰਕੇ ਗੁਣ ਕਹਿਓ ਲੇਵੋ ਵੈਸ ਹੀ। ਤਾਂ ਫਿਰ ਕਿਹਾ ਸੁਣੋ ਉਸ ਤਰ੍ਹਾਂ। ਇਹ ਉਪਦੇਸ਼ ਰੂਪ ਵਿੱਚ ਅਕਾਲ ਪੁਰਖ ਨੇ ਕਿਹਾ ਸਵਈਆ ਵਾਹਿਗੁਰੂ ਗੁਰ ਵਾਹਿਗੁਰੂ। ਜੋ ਵਾਹਿ ਨਾਮ ਅਚਾਰਜ ਗੁਰੂ ਵਾਹਿਗੁਰੂ ਜੋ ਗੁਰੂ ਹੈ ਗੁਰ ਵਾਹਿਗੁਰੂ। ਜਾਂ ਇਹ ਕਿਹਾ ਮੈਂ ਤੂੰ ਹਾਂ ਤੂੰ ਮੈਂ ਹਾਂ। ਜਨਮ ਸਾਖੀ ਵਿੱਚ ਇਹ ਵੀ ਲਿਖਿਆ ਕਿ ਉਸ ਸਮੇਂ ਕਿਹਾ ਨਾਨਕ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਜਾਂ ਵਾਹਿਗੁਰੂ ਗੁਰ ਵਾਹਿਗੁਰੂ। ਵਾਹਿਗੁਰੂ ਜੋ ਹੈ ਮੰਤਰ ਇਹ ਗੁਰ ਗੁਰ ਕਹੀਏ ਵੱਡਾ ਮੰਤਰ ਵਾਹਿਗੁਰੂ। ਹਰ ਵਾਹਿਗੁਰੂ ਮੁਖ ਮਾਹੇ ਉਚਾਰੀ। ਅਕਾਲ ਪੁਰਖ ਨੇ ਪਹਿਲਾਂ ਵਾਹਿਗੁਰੂ ਸ਼ਬਦ ਮੁਖੋਂ ਉਚਾਰਿਆ। ਸਾਰ ਅਹਿ ਨਿਗਮਾ ਗਮ ਕੋ ਜਹ। ਇਹ ਨਾਨਕ ਇਹ ਨਿਗਮ ਆ ਵੇਦਾਂ ਸ਼ਾਸਤਰਾਂ ਦਾ ਸਾਰਾ ਤਤ ਸਾਰ ਹੈ। ਦਾਇਕ ਜਾਪਕ ਕੋ ਫਲ ਚਾਰੀ। ਤੇ ਜਿਹੜਾ ਕੋਈ ਇਹਦਾ ਜਾਪ ਜਪੇਗਾ ਉਹਨੂੰ ਚਾਰੇ ਫਲ ਸੋਹਣੇ ਸੁੰਦਰ ਫਲ ਦੀ ਪ੍ਰਾਪਤੀ ਹੋਵੇਗੀ। ਔਰ ਨ ਮੰਤਰ ਕੋ ਇਸ ਕੇ ਸਮ। ਹੋਰ ਕੋਈ ਮੰਤਰ ਇਸ ਵਾਹਿਗੁਰੂ ਸ਼ਬਦ ਦੇ ਬਰਾਬਰ ਨਹੀਂ। ਤਾਰਕ ਜਾ ਕਲ ਮੈਂ ਭਵ ਭਾਰੀ। ਇਹ ਸੰਸਾਰ ਦੇ ਵਿੱਚ ਭਾਰੀ ਭਾਵ ਵੱਡੇ ਸੰਸਾਰ ਭੌਜਲ ਵਿੱਚੋਂ ਤਾਰਨ ਵਾਲਾ ਹੈ। ਨਾਹੇ ਪਿਖੈ ਜਮ ਲੋਕ ਕਭੀ ਵਹਿ। ਜੇ ਇਹਦਾ ਨਾਮ ਜਪਣ ਵਾਲੇ ਆ ਨਾ ਵਾਹਿਗੁਰੂ ਨਾਮ ਦੀ ਮਹਿਮਾ ਕਿ ਉਹ ਕਦੇ ਵੀ ਉਹ ਲੋਕ ਜਮਾਂ ਨੂੰ ਨਹੀਂ ਵੇਖਣਗੇ। ਯਾਹੇ ਜਪੈ ਜਗ ਜੇ ਨਰ ਨਾਰੀ। ਜੋ ਭਾਈ ਜਗਤ ਵਿੱਚ ਮਾਈ ਭਾਈ ਸ਼ਬਦ ਦਾ ਜਾਪ ਕਰਨਗੇ। ਹੈ ਜਹ ਮੰਤਰਨ ਕੋ ਸਿਰ ਮੰਤਰ। ਇਹ ਜਿਹੜਾ ਮੰਤਰ ਹੈ ਵਾਹਿਗੁਰੂ ਸਾਰੇ ਮੰਤਰਾਂ ਦਾ ਸ਼੍ਰੋਮਣੀ ਮੰਤਰ ਹੈ। ਗੋਪ ਮਤੋ ਧਨ ਗੋਪ ਬਖਾਨੋ। ਇਹ ਗੁਪਤ ਮੰਤਰ ਗੁਪਤ ਧਨ ਤੁਹਾਨੂੰ ਕਿਹਾ ਹੈ। ਨਾਹੇ ਭਇਓ ਕਬ ਹੂੰ ਅਬ ਲੋ। ਹੁਣ ਤੱਕ ਐਸਾ ਕਦੇ ਵੀ ਨਹੀਂ ਹੋਇਆ ਹੈ।
ਕਿਸ ਹੀ ਹਿਤ ਯਾ ਹਰ ਇਹੋ ਪਰਮਾਨੋ। ਕਿਸੇ ਹਿਤ ਵੀ ਇਹ ਕਿਸੇ ਤਰ੍ਹਾਂ ਵੀ ਇਹ ਸ਼ਬਦ ਪ੍ਰਗਟ ਨਹੀਂ ਹੋਇਆ ਹੁਣ ਤੱਕ ਚੰਗੀ ਤਰ੍ਹਾਂ ਪਰਮਾਨੋ ਕਹੀਏ ਮੰਨੋ। ਜੇ ਤੱਕ ਜੰਤਰ ਮੰਤਰ ਜਾ ਜਗ ਹੈ, ਜਿੰਨੇ ਜਗਤ ਦੇ ਵਿੱਚ ਹੋਰ ਜੰਤਰ ਮੰਤਰ ਹਨ, ਸਭ ਕੋ ਜਹ ਬੀਜ ਪਛਾਨੋ। ਇਹ ਵਾਹਿਗੁਰੂ ਮੰਤਰ ਸਾਰਿਆਂ ਦਾ ਬੀਜ ਮੰਤਰ ਜਾਣ ਲਵੋ। ਕਲ ਜੀਵ ਉਧਾਰਨ ਹੇਤ ਤੁਮਾਰ। ਤੇ ਇਹ ਕਲਯੁਗ ਦੇ ਜੀਵਾਂ ਨੂੰ ਉਧਾਰ, ਉਹਨਾਂ ਨੂੰ ਤਾਰਨ ਵਾਸਤੇ ਤੁਹਾਨੂੰ ਦੁਆਰ ਭਇਓ ਅਬ ਜਾ ਹਰ ਜਾਨੋ। ਇਹ ਮੰਤਰ ਦੇ ਦਿੱਤਾ। ਇਸ ਤਰ੍ਹਾਂ ਕਹਿੰਦੇ ਹੁਣ ਇਹ ਮੰਤਰ ਪ੍ਰਗਟ ਹੋ ਜਾ ਤੁਹਾਡੇ ਰਾਹੀਂ ਜਗਤ ਤੇ। ਪੂਰਬ ਜੇ ਅਵਤਾਰ ਰਿਖੀਸ਼ਵਰ। ਪਹਿਲਾਂ ਜਿੰਨੇ ਅਵਤਾਰ ਹੋਏ, ਵੱਡੇ ਵੱਡੇ ਰਿਸ਼ੀ ਹੋਏ, ਪੀਰ ਪੈਗੰਬਰ ਪੂਰ ਉਪਾਏ। ਅਨੇਕਾਂ ਮੈਂ ਪੀਰ ਤੇ ਪੈਗੰਬਰ ਬੇਅੰਤ ਪੈਦਾ ਕੀਤੇ। ਆਪਣੇ ਆਪਨ ਨਾਮ ਜਪਾਏ। ਉਹਨਾਂ ਨੇ ਜਾ ਕੇ ਹੇ ਨਾਨਕ ਮੇਰਾ ਨਾਮ ਨਹੀਂ ਜਪਾਇਆ, ਆਪੋ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਪੁਜਾਏ ਨਿਜੰ ਪੁਨ ਪੰਥ ਚਲਾਏ। ਤੇ ਆਪਣੀ ਨਿਜ ਦੀ ਪੂਜਾ ਕਰਾਉਣ ਲੱਗ ਪਏ, ਆਪਣੇ ਵੱਖਰੇ ਮਾਰਗ ਚਲਾ ਲਏ। ਜੋ ਭਗਤੀ ਹਰ ਨਾਮ ਗਿਆਨ। ਜੋ ਭਾਈ ਪਰਮਾਤਮਾ ਦੀ ਭਗਤੀ, ਹਰੀ ਦਾ ਨਾਮ, ਪਰਮੇਸ਼ਰ ਦਾ ਗਿਆਨ ਹੈ। ਉਧਾਰਕ ਜੀਵਨ ਨਾਹੇ ਦ੍ਰਿੜਾਏ। ਜੋ ਜੀਵਾਂ ਦਾ ਉਧਾਰ ਕਰਦੇ ਨੇ, ਇਸ ਗੱਲ ਨੂੰ ਦ੍ਰਿੜ ਨਹੀਂ ਕਰਵਾਇਆ ਉਹਨਾਂ ਅਵਤਾਰਾਂ ਨੇ। ਜਾਹਤ ਮੈਂ ਨਿਜ ਰੂਪ ਤੁਮੈ। ਇਸ ਕਰਕੇ ਮੈਂ ਤੁਹਾਡਾ ਜਿਹੜਾ ਹੈ, ਤੁਹਾਡਾ ਨਿਜ ਦਾ ਹੀ, ਮੈਂ ਆਪਣਾ ਇਹ ਨਿਜ ਸਰੂਪ, ਤੁਹਾਡਾ ਰੂਪ ਬਣਾ ਕੇ ਅਵਤਾਰ ਧਰਾ ਪਰ ਕੈ ਵਿਦਤਾਏ। ਮੈਂ ਤੁਹਾਨੂੰ ਆਪਣੇ ਸਰੂਪ ਦਾ ਹੀ ਅਵਤਾਰ ਬਣਾ ਕੇ ਧਰਤੀ ਤੇ ਫਿਰ ਪ੍ਰਗਟ ਕੀਤਾ ਹੈ। ਜਾਹੋ ਅਬੈ ਕਲ ਜੀਵ ਉਧਾਰਨ। ਇਸ ਕਰਕੇ ਹੁਣ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਜਾਓ। ਕਾਰਨ ਬਾਨ ਉਚਾਰਨ ਕਈਓ। ਤੇ ਜਾ ਕੇ ਉਧਾਰ ਦਾ ਕਾਰਨ ਕੀ ਹੈ, ਉਧਾਰ ਹੋਵੇਗਾ ਕਿਵੇਂ? ਅਕਾਲ ਪੁਰਖ ਕਿਹਾ ਹੈ ਨਾਨਕ ਜਾ ਕੇ ਬਾਣੀ ਦਾ ਉਚਾਰਨ ਕਰੋ। ਮੰਗਲ ਢਾਨ ਅਮੰਗਲ ਹਾਨਕ। ਮੰਗਲ ਢਾਨ ਅਮੰਗਲ ਹਾਨਕ, ਖੁਸ਼ੀਆਂ ਦੇਣ ਵਾਲਾ, ਔਰ ਅਮੰਗਲ ਕਹੀਏ ਗਮੀਆਂ ਨੂੰ ਮੇਟਣ ਵਾਲਾ। ਆਦ ਵਿਖੈ ਜਹ ਮੰਗਲ ਦਈਓ। ਮੈਂ ਸਭ ਤੋਂ ਪਹਿਲਾਂ ਆਦ ਵਿੱਚ ਇਹ ਤੁਹਾਨੂੰ ਮੰਗਲ ਦੇ ਦਿੱਤਾ। ਕਿਹੜਾ ਮੰਗਲ ਦਿੱਤਾ ਹੈ? ਹੁਣ ਕਈ ਵਾਰ ਐਸਾ ਹੁੰਦਾ ਹੈ, ਕਈ ਕਹਿੰਦੇ ਗੁਰ ਪ੍ਰਸਾਦ ਤੱਕ ਮੂਲ ਮੰਤਰ ਹੈ। ਇਹ ਨਹੀਂ ਹੈ, ਮੂਲ ਮੰਤਰ ਨਹੀਂ, ਇਹ ਮੰਗਲ ਹੈ। ਅਕਾਲ ਪੁਰਖ ਨੇ ਜਿਵੇਂ ਆਦ ਵਿੱਚ ਸਭ ਤੋਂ ਪਹਿਲਾਂ ਮੰਗਲ ਕਿਹਾ ਜਾਂਦਾ। ਜਦੋਂ ਗੁਰਮੁਖ ਉਹਦੇ ਨਾਲ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਲੱਗ ਗਿਆ, ਫਿਰ ਇਹ ਮੂਲ ਮੰਤਰ ਬਣ ਗਿਆ। ਕਿਉਂਕਿ ਗੁਰਮਤ ਦੇ ਵਿੱਚ ਗੁਰੂ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੈ। ਗੁਰ ਪ੍ਰਸਾਦ ਤੱਕ ਅਕਾਲ ਪੁਰਖ ਵਾਚ ਹੈ, ਪਰਮੇਸ਼ਰ ਦਾ ਉਚਾਰਿਆ ਹੈ। ਉਸ ਤੋਂ ਬਾਅਦ ਫਿਰ ਕਿਹਾ ਹੈ ਨਾਨਕ ਤੂੰ ਮੇਰਾ ਸਰੂਪ ਹੈ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਮੁਕਤੀ ਤਾਂ ਗੁਰੂ ਰਾਹੀਂ ਹੋਣੀ ਹੈ ਨਾ, ਇਸ ਕਰਕੇ ਤੂੰ ਇਹਨੂੰ ਨਾਲ ਹੋਰ ਕਹਿ ਕੇ ਸੰਪੂਰਨ ਕਰ। ਫਿਰ ਮਹਾਰਾਜ ਨੇ ਉੱਥੇ ਉਚਾਰਨ ਕੀਤਾ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਅਕਾਲ ਪੁਰਖ ਨੇ ਕਿਹਾ ਇਹ ਹੁਣ ਮੂਲ ਮੰਤਰ ਰੂਪ ਹੋ ਜਾਊਗਾ। ਇਹ ਮਹਾਰਾਜ ਨੇ ਭਾਈ ਗੁਰਮੰਤਰ ਤੇ ਮੂਲ ਮੰਤਰ ਸਾਨੂੰ ਦਿੱਤੇ। ਇੱਥੇ ਹੁਣ ਸਪਸ਼ਟ ਹੋ ਗਈ ਗੱਲ ਕਿ ਗੁਰਪ੍ਰਸਾਦ ਤੱਕ ਪਹਿਲਾਂ ਅਕਾਲ ਪੁਰਖ ਨੇ ਮੰਗਲ ਬਖਸ਼ਿਆ ਗੁਰੂ ਸਾਹਿਬ ਜੀ ਨੂੰ। ਮੰਗਲ ਤੇ ਮੂਲ ਮੰਤਰ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਮੰਗਲ ਹੁੰਦਾ ਹੈ ਉਪਮਾ, ਕਿ ਅਕਾਲ ਪੁਰਖ ਨੇ ਆਪਣੀ ਉਪਮਾ ਆਪਣੇ ਸ਼ਬਦਾਂ ਵਿੱਚ ਕਹਿਤੀ। ਉਹ ਕੀ ਬਖਸ਼ਿਆ? ਆਦ ਵਿਖੈ ਜੈ ਮੰਗਲ ਦਈਓ। ਇਹ ਪਹਿਲਾ ਸਭ ਤੋਂ ਮੁੱਢ ਵਿੱਚ ਮੰਗਲ ਦਿੱਤਾ ਹੈ। ਏਕ ਓੰਕਾਰ ਅਹੇ ਸਤਨਾਮ। ਪਹਿਲਾਂ ਇੱਕ ਓੰਕਾਰ ਉਪਰੰਤ ਸਤਨਾਮ। ਵਹੇ ਕਰਤਾ ਇੱਕ ਪੁਰਖ ਮਨਈਓ। ਉਸੇ ਨੂੰ ਹੀ ਕਰਤਾ ਤੇ ਇੱਕੋ ਹੀ ਕਰਤਾ ਹੈ, ਪੁਰਖ ਸਰੂਪ ਮੰਨਣਾ ਹੈ। ਸੋ ਨਿਰਭਉ ਨਿਰਵੈਰ ਅਕਾਲ।
ਉਹ ਪਰਮੇਸ਼ਰ ਹੀ ਹੈ ਜੋ ਨਿਰਭਉ ਹੈ, ਨਿਰਵੈਰ ਹੈ, ਕਾਲ ਕਾਲ ਤੋਂ ਰਹਿਤ, ਅਮੂਰਤ ਆਹੇ ਅਜੂਨ ਲਖਈਓ। ਜੋ ਭਾਈ ਅਕਾਲ ਮੂਰਤ, ਉਹਦੀ ਮੂਰਤੀ ਅਕਾਲ ਹੈ, ਇਸ ਕਰਕੇ ਉਹ ਅਮੂਰਤ ਹੈ। ਆਹੇ ਅਜੂਨ ਲਖਈ, ਉਹਨੂੰ ਅਜੂਨੀ ਜੂਨਾ ਵਿੱਚ ਨਹੀਂ ਆਉਂਦਾ, ਇਹ ਜਾਣ ਲੋ। ਦੋਹਰਾ ਸਹਿ ਭੰਗੁਰ ਪ੍ਰਸਾਦ ਜਹੈ, ਇਸ਼ਟ ਮੰਤਰ ਲਖ ਲੇਹੋ। ਉਹ ਸੁਤੇ ਪ੍ਰਕਾਸ਼ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਇਹਨੂੰ ਇਸ਼ਟ ਮੰਤਰ ਜਾਣ ਲੈਣਾ। ਇਸ਼ਟ ਕੀਏ ਜਿਹਦੀ ਉਪਾਸਨਾ ਕੀਤੀ ਜਾਵੇ। ਇਹ ਗੁਰਮੁਖੋ ਗ੍ਰੰਥਾਂ ਵਿੱਚੋਂ ਭੇਦ ਮਿਲਦੇ, ਮੰਗਲ ਹੈ ਜਾਂ ਇਹਨੂੰ ਇਸ਼ਟ ਮੰਤਰ ਕਿਹਾ। ਇਹਨੂੰ ਗੁਰਮੰਤਰ ਜਾਂ ਮੂਲ ਮੰਤਰ ਨਹੀਂ, ਗੁਰਪ੍ਰਸਾਦ ਤੱਕ ਇਸ਼ਟ ਮੰਤਰ ਹੈ। ਅਕਾਲ ਪੁਰਖ ਨੇ ਇੱਥੇ ਤੱਕ ਸ਼ਬਦ ਉਚਾਰਿਆ। ਇਹ ਸਹਿਬੰ ਗੁਰਪ੍ਰਸਾਦ ਜੈਸ਼ਟ ਮੰਤਰ ਲਖ ਲੇਹੋ। ਜੇ ਤਕ ਬਾਣੀ ਰਚੋ ਤੁਮ ਆਦ ਸਭੀ ਕੇ ਦੇਹੋ। ਇਹ ਨਾਨਕ ਜਿਤਨੀ ਬਾਣੀ ਰਚਨੀ ਹੈ ਉਹਦੇ ਆਦ ਵਿੱਚ ਮੰਗਲ ਦੇਣਾ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇਹ ਬਚਨ ਕਹੇ ਹਨ ਕਿ ਇਹ ਤੁਸੀਂ ਜਾ ਕੇ ਕਹਿਣਾ ਹੈ। ਛੰਦ ਇਹ ਵੀ ਸਵਈਏ ਦਾ ਰੂਪ ਹੈ, ਭਾਵ ਉਸੇ ਤਰ੍ਹਾਂ ਦਾ ਹੀ ਇਹ ਛੰਦ ਹੈ। ਸਵਾਸ ਸੁਰਤ ਸੋ ਜਾਪ ਕਰਨੇ ਹਿਤ। ਇਹ ਭਾਈ ਸਵਾਸਾਂ ਤੇ ਸੁਰਤੀ ਨਾਲ ਜਾਪ ਕਰਨ ਦੇ ਵਾਸਤੇ ਮੰਤਰ ਅੱਖਰ 4 ਸੁਣਾਇਆ। ਪਹਿਲਾਂ 4 ਮੰਤਰਾਂ ਵਾਲਾ ਅੱਖਰ ਸੁਣਾਇਆ ਜੋ 4 ਮੰਤਰਾਂ ਵਾਲਾ ਵਾਹਿਗੁਰੂ। 4 ਵੇਦ 4 ਬ੍ਰਣ ਆਸ਼ਰਮ ਕੇ। 4 ਵੇਦ ਨੇ ਤੇ 4 ਹੀ ਬ੍ਰਣ ਆਸ਼ਰਮ ਉਹਨਾਂ ਦੇ। ਮੰਤਰਨ ਕਾ ਸਾਰ ਬਤਾਇਆ, ਜੋ ਸਾਰੇ ਮੰਤਰਾਂ ਦਾ ਸ਼੍ਰੋਮਣੀ ਤਤ ਸਾਰ ਦੱਸਿਆ। ਦੁਤੀ ਇਸ਼ਟ ਮੰਤਰ ਮਾਲਾ ਜਿਹਵਾ ਪਰ। ਤੇ ਦੂਜਾ ਇਹ ਭਾਈ ਇਸ਼ਟ ਮੰਤਰ ਹੈ ਜਿਹੜਾ ਮਾਲਾ ਔਰ ਜੀਭਾ ਦੇ ਪਰ। ਜਪਨ ਹੇਤ ਹਰ ਆਪ ਉਚਾਰਾ। ਇਹ ਜਪਣ ਵਾਸਤੇ ਅਕਾਲ ਪੁਰਖ ਪਰਮਾਤਮਾ ਨੇ ਆਪ ਉਚਾਰਿਆ। ਪੂਰਨ ਛੰਦ ਗਾਇਤਰੀ ਹੈ ਇਹੋ। ਇਹ ਸਮਝੋ ਪੂਰਨ ਛੰਦ ਹੈ, ਅਕਾਲ ਪੁਰਖ ਪਰਮਾਤਮਾ ਦੀ ਮਹਿਮਾ ਬੇ ਹੈ। 32 ਅੱਖਰ ਲਿਓ ਵਿਚਾਰਾ। ਜਿਵੇਂ ਗਾਇਤਰੀ ਮੰਤਰ 32 ਅੱਖਰ ਹੈ ਤੇ ਜਾਣ ਲਓ ਭਾਈ ਕਿਸੇ ਹੋਰ ਗਾਇਤਰੀ ਮੰਤਰ ਦੀ ਜ਼ਰੂਰਤ ਨਹੀਂ ਰਹੀ। ਜੋ ਵੀ ਕੋਈ ਗੁਰਮੁਖੋ ਮੂਲ ਮੰਤਰ ਦਾ ਪਾਠ ਕਰਦਾ ਹੈ ਉਹਦੇ ਸਾਰੇ ਹੀ ਮੰਤਰ ਆ ਗਏ, ਸਭ ਦਾ ਸ਼੍ਰੋਮਣੀ ਹੈ। ਇਹ 32 ਅੱਖਰਾ ਮੰਤਰ ਵਿਚਾਰ ਲਿਓ। ਜੀਵ ਉਦਾਹਰਣ ਕਾਰਨ ਕਲ ਮੈਂ। ਕਲਯੁਗ ਦੇ ਵਿੱਚ ਜੀਵਾਂ ਦਾ ਉਧਾਰ ਕਰਨ ਵਾਸਤੇ ਪ੍ਰਗਟੇ ਦੋਏ ਮੰਤਰ ਗੁਰਦੁਆਰਾ। ਦੋਵੇਂ ਮੰਤਰ ਵਾਹਿਗੁਰੂ ਤੇ ਫਿਰ ਮੂਲ ਮੰਤਰ ਜੋ ਅੱਗੇ ਸਤਿਗੁਰਾਂ ਕਿਹਾ, ਉਹ ਦੋਵੇਂ ਮੰਤਰ ਪ੍ਰਗਟ ਹੋਏ। ਔਰ ਤੁਸੀਂ ਵੇਖੋ ਜਿਹੜੀ ਹਜੇ ਵੀ ਪੁਰਾਤਨ ਇਮਾਰਤ ਜਿੱਥੇ ਸਤਿਗੁਰੂ ਜੀ ਵੇਈਂ ਵਿੱਚੋਂ ਨਿਕਲੇ ਸਨ, ਗੁਰਦੁਆਰਾ ਸੰਤ ਘਾਟ, ਉੱਥੇ ਪੂਰਨ ਰੂਪ ਵਿੱਚ ਨਾਨਕ ਹੋਸੀ ਭੀ ਸੱਚ ਤੱਕ ਉਸ ਸਮੇਂ ਦੀ ਬਣੀ ਇਮਾਰਤ ਤੇ ਲਿਖਿਆ ਹੋਇਆ ਹੈ। ਹੁਣ ਉਸੇ ਮੂਲ ਮੰਤਰ ਦੇ ਆਧਾਰ ਤੇ ਪਿੱਛੇ ਬਹੁਤ ਵੱਡੀ ਇਮਾਰਤ ਗੁਰੂ ਮਹਾਰਾਜ ਦੇ ਦਰ ਦੀ ਸੋਹਣਾ ਸੁੰਦਰ ਉਹ ਨਕਸ਼ਾ, ਸੱਚਖੰਡੀ ਨਕਸ਼ਾ ਹੈ ਅਕਾਲ ਪੁਰਖ ਦਾ। ਉਹ ਜਿਹੜਾ ਦਰਬਾਰ ਸਾਹਿਬ ਹੈ ਸੋ ਸੋਹਣਾ ਸੁੰਦਰ ਕਾਰ ਸੇਵਾ ਚੱਲ ਰਹੀ ਹੈ। ਕਦੇ ਸੁਲਤਾਨਪੁਰ ਲੋਧੀ ਜਾਓ, ਦਰਸ਼ਨ ਕਰਕੇ। ਉਹ ਸੰਤ ਘਾਟ ਗੁਰਦੁਆਰਾ ਥੋੜਾ ਪਾਸੇ ਹੈ, ਵੇਈਂ ਦੇ ਕਿਨਾਰੇ ਤੇ ਉਹ ਵੀ। ਤੇ ਉੱਥੇ ਜਾ ਕੇ ਜਿੱਥੇ ਸਤਿਗੁਰੂ ਮਹਾਰਾਜ ਬਾਹਰ ਨਿਕਲੇ ਸੀ ਵੇਈਂ ਵਿੱਚੋਂ, ਜਿੱਥੇ ਚੁੱਭਾ ਮਾਰਿਆ ਉਹ ਹੈ ਬੇਰੀ ਸਾਹਿਬ ਗੁਰਦੁਆਰਾ। ਜਿੱਥੇ ਵੇਈਂ ਚੋਂ ਬਾਹਰ ਨਿਕਲੇ ਉਹ ਸੰਤ ਘਾਟ ਗੁਰਦੁਆਰਾ ਸਾਹਿਬ ਹੈ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਇਹ ਮੰਤਰ ਪ੍ਰਗਟ ਕੀਤੇ, ਗੁਰੂ ਦੀ ਰਾਹੀਂ ਪ੍ਰਗਟ ਹੋਏ। ਗੁਰਦੁਆਰਾ ਗੁਰੂ ਦੇ ਦਵਾਰ। ਤਬ ਤੈ ਗੁਰ ਨਾਨਕ ਕਾ ਸਤਿਗੁਰ। ਕਈ ਵੇਰੇ ਵੀ ਹੈ ਕਿ ਕਬੀਰ ਪੰਥੀ ਜਿਹੜੇ ਨੂੰ ਸ਼ਰਾਰਤ ਕਰਦੇ, ਇਹੋ ਜਿਹੀਆਂ ਗੱਲਾਂ ਕਰਦੇ ਨੇ। ਅਖੇ ਜੋ ਗੁਰੂ ਨਾਨਕ ਦੇ ਮਹਾਰਾਜ ਦੇ ਜਿਹੜੇ ਗੁਰੂ ਨੇ ਉਹ ਭਗਤ ਕਬੀਰ ਜੀ ਹੋਏ ਹੈ। ਲੇਕਿਨ ਇੱਕ ਪੁਸਤਕ ਹੈ ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ, ਉਹਦੇ ਵਿੱਚ ਇਸ ਗੱਲ ਸਿੱਧ ਹੈ
ਕਿ ਭਗਤ ਕਬੀਰ ਸਾਹਿਬ ਜੀ ਪਹਿਲਾਂ ਸਰਗੁਣ ਦੇ ਉਪਾਸ਼ਕ ਸਨ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦਾ ਮਿਲਾਪ ਹੋਇਆ, ਭਗਤ ਕਬੀਰ ਜੀ ਨੂੰ ਮਿਲੇ ਹਨ, ਸੰਗਤ ਪ੍ਰਾਪਤ ਹੋਈ ਗੁਰੂ ਸਾਹਿਬ ਦੀ, ਤਾਂ ਨਿਰਗੁਣ ਦੇ ਉਪਾਸ਼ਕ ਬਣ ਗਏ ਭਗਤ ਕਬੀਰ ਸਾਹਿਬ ਜੀ ਵੀ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਤੋਂ ਪ੍ਰਭਾਵਿਤ ਹੋਏ। ਭਗਤ ਕਬੀਰ ਸਾਹਿਬ ਦੀ ਬਾਣੀ ਕਾਫੀ ਹੱਦ ਤੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਮਿਲਦੀ ਹੈ ਤੇ ਉਹ ਮਹਾਨ ਸ਼੍ਰੋਮਣੀ ਭਗਤਾਂ ਵਿੱਚ ਹੋਏ ਨੇ। ਲੇਕਿਨ ਜਿਹੜੇ ਕੁਝ ਹੁਣ ਕਬੀਰ ਪੰਥੀਏ ਉਹ ਸ਼ਰਾਰਤਾਂ ਇਹੋ ਜਿਹੀਆਂ ਕਰਦੇ ਆ ਕਿ ਜਾਣ ਬੁੱਝ ਕੇ ਉਹ ਗੱਲਾਂ ਕਰਦੇ ਨੇ। ਇਤਿਹਾਸ ਵਿੱਚ ਇਹ ਗੱਲ ਆ ਗਈ, ਗੁਰੂ ਉਹ ਹੁੰਦਾ ਜਿਹੜਾ ਮੰਤਰ ਦੇਵੇ। ਉਹ ਗੁਰੂ ਹੈ ਜਿਵੇਂ ਪੰਜ ਪਿਆਰੇ ਦੇਹ ਸਰੂਪ ਹੋ ਕੇ ਸਾਨੂੰ ਗੁਰਮੰਤਰ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਆ। ਇਸੇ ਤਰ੍ਹਾਂ ਜਿਹੜਾ ਗੁਰਮੰਤਰ ਦਿੰਦਾ ਉਹ ਗੁਰੂ ਹੈ। ਤੇ ਫਿਰ ਅਕਾਲ ਪੁਰਖ ਨੇ ਗੁਰਮੰਤਰ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਨੂੰ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਗਤ ਨੂੰ ਦਿੱਤਾ। ਇਹ ਜੋ ਅਕਾਲ ਪੁਰਖ ਨੇ ਦਿੱਤਾ ਉਹ ਗੁਰਪ੍ਰਸਾਦ ਤੱਕ ਵੀ ਜਗਤ ਦਾ ਉਧਾਰ ਕਰਨਾ ਗੁਰੂ ਰਾਹੀਂ ਹੋਣਾ। ਮਹਾਰਾਜ ਨੇ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ, ਇਹ ਨਾਲ ਉਚਾਰਨ ਕਰਕੇ ਇਸ ਜਗਤ ਨੂੰ ਬਖਸ਼ਿਆ ਕਿ ਜਗਤ ਦਾ ਉਧਾਰ ਹੋਵੇ। ਤੇ ਉਸ ਸਮੇਂ ਇੱਥੇ ਗੱਲ ਸਪਸ਼ਟ ਹੋ ਗਈ, ਤਬ ਤੈ ਗੁਰੂ ਨਾਨਕ ਕਾ ਸਤਿਗੁਰ। ਉਸ ਸਮੇਂ ਤੋਂ ਗੁਰੂ ਨਾਨਕ ਦੇ ਮਹਾਰਾਜ ਦਾ ਜੋ ਗੁਰੂ ਸਤਿਗੁਰ ਹੋਏ ਉਹ ਆਪ ਹਰੀ ਕਰਤਾਰਾ, ਉਹ ਆਪ ਹਰੀ ਕਰਤਾਰ ਪਰਮੇਸ਼ਰ ਹੋਇਆ। ਜਾਹੀ ਤੈ ਗੁਰ ਆਦ ਆਪ ਬਾਣੀ ਮੈਂ। ਇਸੇ ਕਰਕੇ ਗੁਰੂ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਆਪਣੀ ਬਾਣੀ ਵਿੱਚ ਆਪਣਾ ਗੁਰ ਹਰ ਗਾਇਆ, ਆਪਣਾ ਗੁਰੂ ਪਰਮਾਤਮਾ ਨੂੰ ਹੀ ਕਿਹਾ ਹੈ। ਹਰ ਮੂਰਤ ਹਰ ਗੁਰ ਮੂਰਤ ਏਕਾ ਵਰਤੈ, ਕਿ ਜੋ ਹਰੀ ਹੈ ਭਾਈ ਗੁਰੂ ਮੂਰਤੀ ਰੂਪ ਵਿੱਚ ਸਾਰੇ ਇੱਕ ਸਰੂਪ ਵਰਤਦਾ। ਨਾਨਕ ਹਰ ਗੁਰ ਭਾਇਆ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਅਕਾਲ ਪੁਰਖ ਨੇ ਪਾਏ ਮਾਰੂ ਸੋਲੇ ਮਹੱਲਾ ਪਹਿਲਾ। ਇਹ ਗੁਰੂ ਗ੍ਰੰਥ ਸਾਹਿਬ ਦੀ ਤੁਕ ਨਾਲ ਦਿੱਤੀ ਹੈ। ਹਰ ਗੁਰ ਮੂਰਤ ਏਕਾ ਵਰਤੈ, ਨਾਨਕ ਹਰ ਗੁਰ ਪਾਇਆ। ਦੋਹਰਾ ਗੁਰ ਮੰਤਰ ਗੁਰ ਕੋ ਦਇਓ, ਆਪ ਅਕਾਲ ਕਿਰਪਾਲ। ਇਹ ਗੁਰੂ ਮੰਤਰ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਦਿੱਤਾ, ਆਪ ਕਿਰਪਾਲੂ ਹੋ ਕੇ ਅਕਾਲ ਪੁਰਖ ਨੇ। ਜਹ ਸੁਨ ਸਰੋਤਾ ਗਨ ਪੁਨਾ, ਸ਼ੰਕਾ ਕਰੀ ਵਿਸਾਲ। ਇਹ ਸੁਣ ਕਰਕੇ ਨਾ ਬਹੁਤ ਸਰੋਤਿਆਂ ਨੇ, ਯਾਨੀ ਗਿਆਨ ਸਿੰਘ ਜੀ ਕਹਿੰਦੇ ਕਾਫੀ ਭਾਈ ਬਹੁਤੀ ਸ਼ੰਕਾ ਕੀਤੀ। ਇਹ ਮਨ ਵਿੱਚ ਹੋਇਆ, ਸ਼ੰਕਾ ਗੱਲ ਵੱਧ ਗਈ। ਸਵਈਆ ਬਿਨ ਦੇਹ ਨਾ ਇਹ ਮਿਲੇ ਗੁਰ ਮੰਤਰ, ਕਿ ਬਿਨਾਂ ਦੇਹ ਤੋਂ ਇਸ ਤਰ੍ਹਾਂ ਗੁਰੂ ਮੰਤਰ ਦੀ ਪ੍ਰਾਪਤੀ ਨਹੀਂ ਹੁੰਦੀ। ਈਸ਼ਵਰ ਕਾ ਨਹਿ ਦੇਹ ਬਤਾਇਓ, ਤੇ ਉਹ ਈਸ਼ਵਰ ਦਾ ਫਿਰ ਤੁਸੀਂ ਦੇਹ ਸਰੂਪ ਤਾਂ ਕੋਈ ਦੱਸਿਆ ਨਹੀਂ। ਸਤ ਚੇਤਨ ਆਨੰਦ ਰੂਪ ਵਿਆਪਕ, ਉਹ ਤਾਂ ਸਤ ਚੇਤਨ ਆਨੰਦ ਸਰੂਪ ਵਿਆਪਕ ਸਰੂਪ ਹੈ ਸਾਰੇ। ਵਿਸ਼ਵ ਵਿਖੈ ਸੁਰਤ ਹੈ ਵਹਿ ਗਾਇਓ। ਇਸ ਤਰ੍ਹਾਂ ਸੰਸਾਰ ਦੇ ਵਿੱਚ ਵੇਦਾਂ ਨੇ ਉਸ ਬਾਰੇ ਗਾਇਆ ਹੈ। ਪੁਨ ਰੂਪ ਨਾ ਰੇਖ ਨਾ ਰੰਗ ਕਛੂ, ਫਿਰ ਦੇਖੋ ਉਹਦਾ ਕਿਆ ਕੋਈ ਰੂਪ ਨਹੀਂ ਹੈ, ਕੋਈ ਰੰਗ ਨਹੀਂ ਹੈ, ਕੋਈ ਰੇਖ ਨਹੀਂ ਹੈ। ਗੁਣ ਤੀਨ ਬਹੀਨ ਗੁਰੂ ਬਤਲਾਇਓ, ਇਹ ਤਿੰਨਾਂ ਗੁਣਾਂ ਤੋਂ ਉੱਪਰ ਹੈ। ਗੁਰੂ ਮਹਾਰਾਜ ਨੇ ਅਕਾਲ ਪੁਰਖ ਬਾਰੇ ਦੱਸਿਆ। ਜਬ ਐਸ ਅਹੇ ਤਬ ਕੈਸ ਕਹੇ ਤੁਮ, ਜਦੋਂ ਅਕਾਲ ਪੁਰਖ ਐਸਾ ਫਿਰ ਕਹਿੰਦੇ ਤੁਸੀਂ ਇਹ ਭਾਈ ਕਿਵੇਂ ਕਹਿ ਦਿੱਤਾ। ਬੋਲ ਗੁਰੈ ਉਪਦੇਸ਼ ਦ੍ਰਿੜਾਇਓ, ਕਿ ਉਹ ਅਕਾਲ ਪੁਰਖ ਨੇ ਬੋਲ ਕੇ ਗੁਰੂ ਮਹਾਰਾਜ ਨੂੰ ਉਪਦੇਸ਼ ਦ੍ਰਿੜ ਕਰਵਾਇਆ। ਅਬ ਇਹ ਸੰਦੇਹ ਨਿਵਾਰਨ ਕੇ ਹਿਤ, ਤੋ ਹੁਣ ਇਹ ਭਾਈ ਸ਼ੰਕਾ ਦੂਰ ਕਰਨ ਦੇ ਵਾਸਤੇ ਸੋ ਸੁਨ ਜੋ ਨਿਗਮਾ ਗਮ ਗਾਵੇ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਉਹ ਸੁਣ ਲੋ ਜੋ ਵੇਦ ਸ਼ਾਸਤਰ ਕਹਿੰਦੇ ਹਨ। ਸਭ ਹੀ ਸ਼ਕਤੀ ਮਤ ਈਸ਼ਵਰ ਹੈ, ਜੋ ਸਾਰੀਆਂ ਸ਼ਕਤੀਆਂ ਵਾਲਾ ਜੋ ਹੈ ਉਹ ਇੱਕ ਅਕਾਲ ਪੁਰਖ ਭਗਵਾਨ ਹੈ। ਵਹਿ ਜੈਸ ਚਾਹੈ ਤਸ ਰੂਪ ਬਨਾਵੇ, ਇਹ ਗੱਲ ਤਾਂ ਸਾਰੇ ਧਰਮ ਗ੍ਰੰਥ ਕਹਿੰਦੇ ਨੇ। ਉਹ ਜੈਸਾ ਚਾਹੁੰਦਾ ਵੈਸਾ ਰੂਪ ਬਣਾ ਸਕਦਾ ਹੈ।
ਬਾਪ ਨਾਮ ਨਿਗੁਣ ਸਗੁਣ ਤਿਸੈ ਇੱਕ। ਇਸ ਕਰਕੇ ਉਹ ਈਸ਼ਵਰ ਦੇ ਨਿਰਗੁਣ ਤੇ ਸਰਗੁਣ ਨਾਮ ਤੇ ਸਰੂਪ ਇੱਕੋ ਹੀ ਹੈ। ਦੂਸਰ ਨਾਹੀ ਗੁਰੂ ਬਤਲਾਵੈ। ਗੁਰੂ ਮਹਾਰਾਜ ਭਾਈ ਦੂਜਾ ਤਾਂ ਉਹਦੇ ਵਰਗਾ ਕੋਈ ਹੋਰ ਆਪਾਂ ਨੂੰ ਨਹੀਂ ਦੱਸਦੇ। ਬਟ ਬੀਜ ਨਿਗੁਣ ਸਗੁਣ ਬਟੈ। ਬੋਹੜ ਬਟ ਨਾਮ ਹੈ ਬੋਹੜ ਦਾ, ਬੋਹੜ ਦੇ ਬੀਜ ਵਾਂਗੂ ਨਿਰਗੁਣ ਤੋਂ ਤੇ ਬੋਹੜ ਦੇ ਦਰਖਤ ਵਾਂਗੂ ਸਰਗੁਣ ਹੈ। ਜਿਵੇਂ ਬੀਜ ਨਿਰਗੁਣ ਕਹਿ ਲੋ। ਜੇ ਹੁਣ ਕੋਈ ਕਹੇ ਬਈ ਆ ਜਿਹੜਾ ਨਿੱਕਾ ਜਿਹਾ ਬੀਜ ਹੈ ਇਹਦੇ ਵਿੱਚ ਬਹੁਤ ਵੱਡਾ ਬੋਹੜ ਦਾ ਦਰਖਤ ਹੈ, ਤੇ ਬੰਦਾ ਕੋ ਐਵੇਂ ਗਪੌੜ ਛੱਡਦਾ, ਇਹ ਤਾਂ ਭੋਰਾ ਕਬੀ ਹੈ, ਇਹਦੇ 'ਚ ਕਿੱਥੋਂ ਦਰਖਤ ਆ ਗਿਆ? ਉਹ ਕਹੂ ਭਾਈ ਹੈਗਾ, ਤੈਨੂੰ ਦਿਸਦਾ ਨਹੀਂ। ਲੇਕਿਨ ਉਹੀ ਬੀਜ ਨੂੰ ਜਦੋਂ ਧਰਤੀ 'ਚ ਆਇਆ ਕਿਸੇ ਵੀ ਤਰੀਕੇ ਨਾਲ ਬੋਹੜ ਦਾ ਦਰਖਤ ਬਣ ਗਿਆ, ਕਿੱਡਾ ਵੱਡਾ ਫਲਾਅ ਹੋ ਗਿਆ। ਇਹਦਾ ਮਤਲਬ ਛੋਟੇ ਰੂਪ ਕਿੱਡਾ ਸਰੂਪ ਛੁਪਿਆ ਪਿਆ ਹੈ। ਇਹ ਇਉਂ ਹੀ ਜਾਣ ਲੋ ਭਾਈ, ਬੋਹੜ ਦੇ ਬੀਜ ਵਾਂਗ ਨਿਰਗੁਣ ਹੈ, ਬੋਹੜ ਦੇ ਦਰਖਤ ਵਾਂਗ ਉਹ ਸਰਗੁਣ ਹੈ। ਬਟ ਬੀਜ ਨਿਗੁਣ ਸਗੁਣ ਬਟੈ। ਲੱਖ ਲੇਹੋ ਤਿਵੈ ਹਰ ਕੋ ਸੁਰਤ ਗਾਵੇ। ਇਹ ਭਾਈ ਜਾਣ ਲੋ, ਇਹ ਵਾਹਿਗੁਰੂ ਨੂੰ ਇਸ ਤਰ੍ਹਾਂ ਧਰਮ ਗ੍ਰੰਥ ਵੇਦ ਸ਼ਾਸਤਰ ਗਾਉਂਦੇ ਹਨ। ਜਗ ਕੋ ਕਰ ਹੈ ਧਰ ਹੈ ਹਰ ਹੈ। ਜੋ ਪ੍ਰਮਾਤਮਾ ਜਗਤ ਨੂੰ ਬਣਾਉਣ ਵਾਲਾ ਹੈ, ਧਰ ਹੈ ਹਰ ਹੈ, ਪਾਲਦਾ ਹੈ ਤੇ ਲੈਤਾ ਕਰਦਾ, ਨਾਸ਼ ਕਰਦਾ ਹੈ। ਜਹ ਬਾਲ ਬਿਨੋਦ ਜਿਸੈ ਸੁਰਤ ਕਹਿ ਹੈ। ਇਹਦੇ ਬਾਲਕ ਦੀਆਂ ਖੇਡਾਂ ਵਾਂਗੂ ਹੈ ਸਾਰਾ ਕੁਝ ਜਗਤ ਉਹਦੇ ਵਾਸਤੇ। ਬੱਚੇ ਖੇਡਦੇ, ਅੱਗੇ ਮਿੱਟੀ 'ਚ ਖੇਡਦੇ ਹੋਣਾ, ਤੇ ਉਹ ਪੈਰ ਜਿਹਾ ਵਿੱਚ ਦੇ ਕੇ ਉੱਤੇ ਮਿੱਟੀ ਦਾ ਘਰ ਜਿਹਾ ਬਣਾ ਲੈਣਾ, ਕਹਿਣਾ ਮੇਰਾ ਘਰ ਬਣ ਗਿਆ, ਤੇ ਖੇਡੀ ਜਾਣਾ ਉਸੇ ਚਾਅ ਨਾਲ ਹੀ। ਜਦੋਂ ਘਰ ਨੂੰ ਜਾਣਾ ਲੱਤ ਮਾਰ ਕੇ ਆਪ ਹੀ ਤੋੜ ਜਾਣਾ। ਚਾਅ ਉਨਾ ਹੀ ਹੁੰਦਾ ਸੀ, ਨਾ ਬਣਾਉਣ ਦੇ ਉਨੀ ਕੋਈ ਗਮ ਇਹ ਨਹੀਂ ਸੀ ਕਿ ਤੋੜਨ ਦਾ ਗਮ ਹੈ ਤੇ ਬਣਾਉਣ ਦੀ ਖੁਸ਼ੀ ਹੈ। ਜਿੰਨੀ ਖੁਸ਼ੀ ਨਾਲ ਬਣਾਇਆ ਉਨੀ ਖੁਸ਼ੀ ਨਹੀਂ ਮਾਰ ਮਾਰ ਲੱਤਾਂ ਤੋੜਤਾ। ਇਸੇ ਤਰ੍ਹਾਂ ਵਾਹਿਗੁਰੂ ਪ੍ਰਮਾਤਮਾ ਤਾਂ ਭਾਈ ਬਾਲ ਦੀ ਖੇਡ ਵਾਂਗੂ ਹੈ ਇਹ ਜਗਤ। ਉਹਨੂੰ ਨਾ ਤਾਂ ਕਿਸੇ ਨੂੰ ਪੈਦਾ ਕਰਕੇ ਕੋਈ ਵਿਸ਼ੇਸ਼ ਖੁਸ਼ੀ ਹੈ, ਤੇ ਨਾ ਕਿਸੇ ਨੂੰ ਮਾਰ ਕਰਕੇ ਲੈਤਾ ਕਰਕੇ ਵਿਸ਼ੇਸ਼ ਤੌਰ ਤੇ ਗਾਮ ਹੁੰਦਾ। ਉਹ ਵਾਹਿਗੁਰੂ ਇੱਕ ਰਸ ਹੈ। ਜਹ ਬਾਲ ਬਿਨੋਦ ਜਿਸੈ ਸੁਰਤ ਕਹਿ ਹੈ। ਇਸ ਗੱਲ ਕੇ ਇਹਨੂੰ ਬਾਲਕ ਦੀ ਖੇਡ ਵਾਂਗੂ ਵੇਦ ਸ਼ਾਸਤਰ ਕਹਿੰਦੇ ਹਨ। ਅਜ ਔ ਕਮਲੇਸ਼ ਮਹੇਸ਼ ਦਨੇਸ਼। ਅਜ ਨਾਮ ਬ੍ਰਹਮਾ ਦਾ, ਬ੍ਰਹਮਾ ਕਮਲੇਸ਼ ਕਈ ਵਿਸ਼ਨੂੰ, ਮਹੇਸ਼ ਨਾਮ ਸ਼ਿਵ ਜੀ ਦਾ, ਦਨੇਸ਼ ਨਾਮ ਸੂਰਜ ਦਾ। ਬ੍ਰਹਮਾ ਵਿਸ਼ਨ ਸ਼ਿਵ ਸੂਰਜ ਇਤਿਆਦਿਕ ਸੁਰੇਸ਼ ਨਸ਼ਿਸ਼ੈ ਜਿਉ ਰਚੈ ਹੈ। ਉਸੇ ਹੀ ਬ੍ਰਹਮ ਨੇ ਭਾਈ ਇੰਦਰ ਚੰਦਰਮਾ ਇਤਿਆਦਿਕ ਕੇ ਸਾਰੇ ਬ੍ਰਹਮਾ ਵਿਸ਼ਨ ਸ਼ਿਵ ਸੂਰਜ ਚੰਦ ਇੰਦਰਮਾ ਇੰਦਰ ਇਤਿਆਦਿਕ ਨੂੰ ਰਚਿਆ ਹੈ। ਸਭ ਕੋ ਜਿਹੇ ਸੌਂਪ ਧਰੇ ਸਭ ਕਾਮ। ਤੇ ਸਾਰਿਆਂ ਨੂੰ ਉਹਨੇ ਡਿਊਟੀਆਂ ਸੌਂਪਤੀਆਂ, ਭਾਈ ਤੂੰ ਆਹ ਕੰਮ ਕਰੀ ਜਾਂ ਤੂੰ ਉਹਦੀ ਮਰਜ਼ੀ ਹੈ, ਕਦੋਂ ਮਰਜ਼ੀ ਕਿਸੇ ਡਿਊਟੀ ਬਦਲ ਵੀ ਸਕਦਾ ਹੈ। ਕਰੇ ਤਿਮ ਹੂੰ ਜਿਮ ਆਇਸ ਦੈ ਹੈ। ਤੇ ਸਾਰੇ ਉਸੇ ਤਰ੍ਹਾਂ ਕਰਦੇ ਨੇ ਜਿਵੇਂ ਵਾਹਿਗੁਰੂ ਆਗਿਆ ਦਿੰਦਾ ਹੈ। ਜਿਹੇ ਦੀਨ ਅਧੀਨ ਰਹਿ ਸਭ ਹੀ। ਜਿਹਦੇ ਭਾਈ ਸਾਰੇ ਹੀ ਅਧੀਨਗੀ ਵਿੱਚ, ਭਾਵੇਂ ਕੋਈ ਗਰੀਬ ਹੈ ਕੋਈ ਅਮੀਰ ਹੈ, ਸਭ ਉਹਦੀ ਅਧੀਨਗੀ ਵਿੱਚ ਰਹਿੰਦੇ ਹਨ। ਸੁਰ ਭੀੜ ਪਰੇ ਜਿਹ ਪੈ ਚੱਲ ਜੈ ਹੈ। ਤੇ ਜਦੋਂ ਦੇਵਤਿਆਂ ਨੂੰ ਭੀੜ ਪੈਂਦੀ ਹੈ, ਸਾਰੇ ਉਸ ਵਾਹਿਗੁਰੂ ਅੱਗੇ ਚੱਲ ਕੇ ਪੁਕਾਰਾਂ ਕਰਦੇ ਆ ਜਾਂਦੇ ਆ। ਅਜ ਕੋ ਰਚਨਾ ਮਰਿਆਦ ਰਖਾਨ। ਬ੍ਰਹਮੇ ਨੂੰ ਰਚਨਾ ਕਰਨ ਦੀ ਜਿਹੜੀ ਹੈ, ਸੰਸਾਰ ਨੂੰ ਰਚਨ ਦੀ ਮਰਿਆਦਾ ਰੱਖੀ। ਹਿਤੈ ਜਿਹ ਵੇਦ ਪੜ੍ਹਾਏ ਦਏ ਹੈ। ਇਸ ਵਾਸਤੇ ਉਹਨੂੰ ਵੇਦ ਪੜ੍ਹਾ ਦਿੱਤੇ ਹਨ। ਜਗ ਪਾਲਨ ਹੇਚ ਰਚਿਓ ਵਿਸ਼ਨੂੰ। ਤੇ ਜਗਤ ਦੀ ਪਾਲਣਾ ਕਰਨ ਵਾਸਤੇ ਉਸਨੇ ਵਿਸ਼ਨੂੰ ਭਗਵਾਨ ਨੂੰ ਰਚਿਆ। ਸ਼ਿਵ ਜੀ ਹਰ ਨੈ ਹਿਤ ਥਿਤ ਕਏ ਹੈ। ਤੇ ਸ਼ਿਵ ਨੂੰ ਰਚਨਾ ਕਰ ਦਿੱਤੀ ਤੂੰ ਹੈ, ਜਿਹੜੀ ਹੈ ਲੈਤਾ ਕਰਨੀ ਹੈ, ਹਿਤ ਹਰਨ ਕਰਨਾ, ਮਾਰਨਾ ਹੈ। ਇਵ ਹੀ ਰਵ ਇੰਦ ਸੁਰਿੰਦੈ ਲੋ। ਇਸੇ ਤਰ੍ਹਾਂ ਹੀ ਭਾਈ ਸੂਰਜ ਇੰਦਰ, ਜੋ ਹੋਰ ਸੁਰ ਇੰਦਰ ਇੰਦਰਿਆਂ ਦਾ ਸ੍ਰੇਸ਼ਟ ਜੋ ਹੈ, ਸੁਰ ਇੰਦਰ ਇੰਦਰਿਆਂ ਦਾ ਮਹਾਨ ਰਾਜਾ, ਜਿਹੜਾ ਇਹ ਕਹੀਏ ਜਿੰਨੇ ਦੇਵਤੇ ਹਨ ਸਾਰਿਆਂ ਦਾ, ਸੂਰਜ ਚੰਦਰਮੇ ਦਾ, ਸਾਰਿਆਂ ਦੇ ਕਰਮ ਜੋ ਹੈ। ਜਿਹੇ ਆਏ ਸਮੈ ਸਭ ਕਾਮ ਦਏ ਹੈ।
ਉਹਦੀ ਆਗਿਆ ਵਿੱਚ ਹੀ ਸਾਰੇ ਕੰਮ ਦਿੱਤੇ ਹੋਏ ਹਨ ਸਭ ਨੂੰ। ਤੇਹ ਪੈ ਸੱਚਖੰਡ ਵਿਖੇ ਚੱਲ ਕੇ, ਉਹਦੇ ਵਾਸਤੇ ਹੀ ਸੱਚਖੰਡ ਵਿੱਚ ਚੱਲ ਕਰਕੇ ਗੁਰ ਹੇਤ ਉਪਦੇਸ਼ ਵਿਸ਼ੇਸ਼ ਗਏ ਹੈ। ਗੁਰੂ ਮਹਾਰਾਜ ਜੀ ਭਾਈ ਉਪਦੇਸ਼ ਲੈਣ ਵਾਸਤੇ ਵਿਸ਼ੇਸ਼ ਤੌਰ ਤੇ ਗਏ। ਜਿਮ ਪਾਰਥ ਕੋ ਜਦ ਵੇਸ ਲਏ, ਜਿਵੇਂ ਭਾਈ ਅਰਜਨ ਨੂੰ ਸ੍ਰੀ ਕ੍ਰਿਸ਼ਨ ਜੀ ਨੇ ਜਦ ਵੇਸ, ਜਾਦਵ ਵੇਸ, ਜਾਦਵਾਂ ਦੀ ਕੁੱਲ ਨਿਜ ਸੰਗ ਗਏ ਜੇ ਪੈ ਚੱਲ ਹੈ। ਉਹ ਨਾਲ ਗਏ ਜਿੱਥੇ ਵੀ ਅਰਜਨ ਚੱਲ ਕੇ ਗਿਆ। ਰਿਖ ਸਿੱਧ ਪੁਨਾਇ ਅਵਤਾਰ ਪਿਗੰਬਰ, जितने ऋषि मुनि सिद्ध इत्यादि अवतार और पीर पैगंबर जात रहे जेठा पल है। जो सारे उस जगह भली जगह ते जांदे आ अकाल पुरख दे दर्शनां वास्ते, भाव जो भी पीर पैगंबर उन्हें भेजे ने सारे जगत ते अपनी ड्यूटी निभा के सब फिर उसे जगह जिथों उन्हां नूं भेजिया हुंदा चले जांदे आ। कर बात दीदार सुआत रहे, ਉੱਥੇ ਦੀਦਾਰ ਕਰਦੇ ਨੇ, ਗੱਲਬਾਤ ਕਰਦੇ ਆ, ਹੁਕਮ ਲੈਂਦੇ ਆ, ਫਿਰ ਆ ਜਾਂਦੇ ਨੇ। ਜਹ ਬੇਦ ਕਤੇਬ ਕਥੈ ਕਲ ਹੈ, ਇਹ ਗੱਲ ਬੇਦ ਕਤੇਬ ਸੋਹਣੇ ਸੁੰਦਰ ਰੂਪ ਨਾਲ ਕਹਿੰਦੇ ਹਨ। ਜਲ ਮੈਂ ਧਸ ਜਿਉ ਰਘੁਬੀਰ ਗਏ, ਤੇ ਜਿਵੇਂ ਕਹਿੰਦੇ ਦੇਖੋ ਰਘੁਬੀਰ ਰਾਮਚੰਦਰ ਜੀ ਜਲ ਦੇ ਵਿੱਚ ਹੀ ਅਲੋਪ ਹੋ ਗਏ, ਧਸ ਗਏ ਸਨ। ਤਿਮ ਠੀਕ ਗਏ ਗੁਰ ਭੀ ਚੱਲ ਹੈ। ਕੋਈ ਇਹ ਕਹੇ ਗੁਰੂ ਨਾਨਕ ਦੇਵ ਜੀ ਆਏ ਪਾਣੀ ਚ ਕਿਵੇਂ ਜਾਵੜੇ, ਭਾਈ ਸਤਿਗੁਰੂ ਮਹਾਰਾਜ ਵੀ ਇਸੇ ਤਰ੍ਹਾਂ ਹੀ ਜਲ ਵਿੱਚ ਭਲੀ ਪ੍ਰਕਾਰ ਗਏ ਹਨ। ਉਪਦੇਸ਼ ਦਇਓ ਜਗਤੇਸ਼ ਵਿਸ਼ੇਸ਼, ਜੋ ਉਥੇ ਉਪਦੇਸ਼ ਜਗਤ ਈਸ਼ਵਰ ਅਕਾਲ ਪੁਰਖ ਨੇ ਵਿਸ਼ੇਸ਼ ਤੌਰ ਤੇ ਦਿੱਤਾ। ਸੋ ਗੁਰ ਧਾਰ ਲਿਓ ਮੁਦ ਪਾਏ, ਉਸ ਉਪਦੇਸ਼ ਨੂੰ ਗੁਰੂ ਮਹਾਰਾਜ ਨੇ ਆਨੰਦ ਸਹਿਤ ਧਾਰਨ ਕਰ ਲਿਆ। ਸੁਰ ਸਿੱਧ ਰਿਖੀ ਤਹਿ ਭਗਤ ਜੋਥੇ, ਜਿੰਨੇ ਉਥੇ ਸਿੱਧ ਪੁਰਸ਼ ਹੋਰ ਦੇਵਤੇ ਰਿਖੀ ਮੁਨੀ ਔਰ ਭਗਤ ਸਨ, ਸਭ ਵੇਖ ਰਹੇ ਮਨ ਮੈਂ ਬਿਸਮਾਏ, ਸਾਰੇ ਵੇਖ ਰਹੇ ਆ ਤੇ ਮਨ ਵਿੱਚ ਹੈਰਾਨ ਵੀ ਹੋ ਰਹੇ ਨੇ। ਕਾਦੀ ਹੈਰਾਨੀ ਹੈ? ਜਸ ਦੀਨ ਵਡਾਈ ਹਰੀ ਗੁਰ ਕੋ, ਕਿ ਇਹ ਜਿਹੜੀ ਵਡਿਆਈ ਪ੍ਰਮਾਤਮਾ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਬਖਸ਼ੀ ਹੈ। ਨਹਿ ਨਾਹੇ ਮਿਲੀ ਕਬਹੂ ਤਿਸ ਥਾਈ, ਅੱਜ ਤੱਕ ਇਹ ਵਡਿਆਈ ਹੋਰ ਕਿਸੇ ਨੂੰ ਕਦੇ ਵੀ ਨਹੀਂ ਮਿਲੀ ਹੈ। ਗੁਰ ਪਾਏ ਬਿਦਾ ਧਾਰ ਆਏ ਤਬੈ, ਤਾਂ ਫਿਰ ਸਤਿਗੁਰੂ ਜੀ ਅਕਾਲ ਪੁਰਖ ਕੋਲੋਂ ਵਿਦਾਇਗੀ ਲੈ ਕੇ ਧਰ ਆਏ, ਧਰਤੀ ਤੇ ਆ ਗਏ। ਨਿਕਸੇ ਨਦ ਤੇ ਰਵ ਜਿਉਂਦੇ ਪਤਾਏ, ਤੇ ਉਸ ਵੇਈ ਨਦੀ ਵਿੱਚੋਂ ਨਿਕਲੇ ਜਿਵੇਂ ਭਾਈ ਸੂਰਜ ਸਵੇਰੇ ਪ੍ਰਗਟ ਹੋ ਜਾਂਦਾ ਹੈ। ਗੁਰ ਜੋ ਅਸਤੋਤਰ ਰੂਪ ਤਹਾਂ, ਜਿਹੜਾ ਭਾਈ ਗੁਰੂ ਮਹਾਰਾਜ ਨੇ ਅਸਤੋਤਰ ਉੱਥੇ ਅਕਾਲ ਪੁਰਖ ਪਰਮਾਤਮਾ ਦੇ ਸਾਹਮਣੇ ਕਿਹਾ। ਹਰ ਸੰਮੁਖ ਬੈਨ ਬਖਾਨ ਕਰੇ, ਜੋ ਵਾਹਿਗੁਰੂ ਪਰਮਾਤਮਾ ਦੇ ਸਾਹਮਣੇ ਬੈਠ ਕੇ ਬਖਿਆਨ ਕੀਤਾ। ਸੁਣ ਕੇ ਹਰ ਮੋਦ ਭਏ ਅਤਸ਼ੈ, ਉਹਨੂੰ ਸੁਣ ਕੇ ਕਿਹੜਾ ਸਤੋਤਰ, ਸੋ ਦਰ ਕਿਹਾ ਸੋ ਘਰ ਕਿਹਾ ਵਾਲਾ। ਤੇ ਇਹ ਜਿਹੜਾ ਸਤੋਤਰ ਕਿਹਾ ਅਕਾਲ ਪੁਰਖ ਵਾਹਿਗੁਰੂ ਸੁਣ ਕੇ ਬਹੁਤ ਜ਼ਿਆਦਾ ਖੁਸ਼ ਪ੍ਰਸੰਨ ਹੋਏ। ਬਰ ਦੀਨ ਤਬਹਿ ਜਹ ਭਾਂਤ ਭਰੇ, ਤੇ ਉਸ ਸਮੇਂ ਫਿਰ ਇਸ ਤਰ੍ਹਾਂ ਭਲੀ ਪ੍ਰਕਾਰ ਵਰ ਦਿੱਤਾ। ਨਰ ਨਾਰ ਸੁਨੇ ਪੜ ਹੈ ਜੋ ਇਸੈ, ਕਿਹਾ ਹੈ ਨਾਨਕ ਜੋ ਵੀ ਮਾਈ ਭਾਈ ਇਸ ਬਾਣੀ ਨੂੰ ਪੜ੍ਹੇਗਾ ਜਾਂ ਸੁਣੇਗਾ, ਧਰ ਪ੍ਰੀਤ ਸੁਨੀਤ ਵਿਚਾਰ ਕਰੇ, ਜੋ ਪ੍ਰੀਤੀ ਧਾਰ ਕੇ ਨਿਤ ਇਸ ਬਾਣੀ ਦੀ ਵਿਚਾਰ ਕਰੇਗਾ। ਬਰ ਇਹੋ ਰਹਿਓ ਹਮਰਾ ਤਿਨ ਕੋ, ਸਾਡਾ ਉਹਨਾਂ ਲੋਕਾਂ ਨੂੰ ਇਹ ਵਿਸ਼ੇਸ਼ ਤੌਰ ਤੇ ਬਰ ਰਹਿ ਗਿਆ, ਭਾਵ ਇਹ ਬਚਨ ਹੈ। ਭਵ ਬੰਦ ਪੁਨਾ ਵਹਿ ਨਾਹੀ ਪਰੇ, ਕਿ ਉਹ ਲੋਕ ਫਿਰ ਮੁੜ ਕੇ ਭਾਈ ਜਗਤ ਵਿੱਚ ਬੰਧਨਾਂ 'ਚ ਨਹੀਂ ਪੈਣਗੇ, ਜਨਮ ਮਰਨ ਵਿੱਚ ਨਹੀਂ ਪੈਣਗੇ। ਜਹ ਬਾਤ ਭਈ ਹਰ ਲੋਕ ਵਿਖੇ, ਤੋ ਇਹ ਗੱਲਾਂ ਜਿਹੜੀਆਂ ਨੇ ਜੋ ਹੁਣ ਤੱਕ ਕਹੀਆਂ, ਇਹ ਹਰੀ ਦੇ ਲੋਕ ਸੱਚਖੰਡ ਵਿੱਚ ਗੱਲ ਹੋਈ। ਸੁਣੀਏ ਭਵ ਲੋਕ ਭਈ ਜਿਮ ਪਾਛੇ, ਤੇ ਉਹ ਵੀ ਕਹਿੰਦੇ ਸੁਣ ਲਓ ਭਾਈ ਜਿਵੇਂ ਇੱਥੇ ਪਿੱਛੇ ਹੋਈ,
ਜਗਤ ਵਿੱਚ ਗੁਰੂ ਸਾਹਿਬ ਤਾਂ ਜਦੋਂ ਵੇਈ ਚ ਚੁੱਭਾ ਮਾਰ ਕੇ ਬਾਅਦ ਵਿੱਚ ਜਗਤ ਭਵਲੋਕ ਤੇ ਮਾਤਲੋਕ ਵਿੱਚ ਕੀ ਹੋਇਆ ਉਹ ਸੁਣੋ। ਜਬ ਤੇ ਗੁਰੂ ਨਾਨਕ ਜੂ ਨਦ ਮੈਂ, ਜਦੋਂ ਤੋਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਨਦੀ ਦੇ ਵਿੱਚ ਪ੍ਰਵੇਸ਼ ਕਰਿਓ ਨਿਕਸੇ ਨਹਿ ਸਾਛੇ, ਪ੍ਰਵੇਸ਼ ਕਰ ਗਏ ਤੇ ਮੁੜ ਕੇ ਪ੍ਰਤੱਖ ਰੂਪ ਵਿੱਚ ਨਿਕਲੇ ਨਹੀਂ। ਤਬ ਜਾਹੇ ਕਹਿਓ ਭ੍ਰਿਤ ਨੈ ਘਰ ਮੈਂ, ਤਾਂ ਜਿਹੜਾ ਦਾਸ ਸੇਵਕ ਨਾਲ ਸੀ ਉਹਨੇ ਘਰ ਵਿੱਚ ਜਾ ਕੇ ਦੱਸਿਆ। ਗੁਰ ਬੂੜ ਗਇਓ ਜਲ ਮੈਂ ਕਤ ਕਾਛੇ, ਗੁਰੂ ਸਾਹਿਬ ਤਾਂ ਕਿਸੇ ਜਗ੍ਹਾ ਕਿਤੇ ਜਲ ਵਿੱਚ ਹੀ ਡੁੱਬ ਗਏ ਹਨ। ਸੁਨ ਸ਼ੋਕ ਪਰਿਓ ਭਵ ਲੋਕ ਵਿਖੈ, ਇਹ ਗੱਲ ਸੁਣ ਕੇ ਮਾਤ ਲੋਕ ਵਿੱਚ ਸ਼ੋਕ ਪੈ ਗਿਆ। ਗੁਰ ਓ ਕਛਿਓ ਕਰੁਣਾ ਰਸ ਆਛੀ, ਤੇ ਗੁਰੂ ਘਰ ਦੇ ਵਿੱਚ ਤਾਂ ਕਰੁਣਾ ਰਸ, ਰੋਣਾ ਸ਼ੋਕ ਵਾਲਾ ਵਿਸ਼ਾ ਕਰੁਣਾ ਰਸ ਹੀ ਫੈਲ ਗਿਆ। ਜਾਲ ਵਿਸ਼ਾਲ ਗਰਾਏ ਰਹਿਓ ਨ੍ਰਿਪ, ਦੌਲਤ ਖਾਂ ਨੇ ਵੱਡੇ ਵੱਡੇ ਜਾਲ ਉਸ ਨਦੀ ਦੇ ਵਿੱਚ ਪਵਾਏ। ਦੌਲਤ ਖਾਂ ਗੁਰ ਖੋਜਨ ਹੇਤੂ, ਇਹ ਕੰਮ ਦੌਲਤ ਖਾਂ ਨੇ ਕੀਤਾ ਗੁਰੂ ਸਾਹਿਬ ਦੀ ਭਾਲ ਵਿੱਚ। ਬੀਤ ਗਏ ਦਿਨ ਤੀਨ ਇਸੋ ਵਿਦ, ਇਸ ਤਰ੍ਹਾਂ ਕਰਦਿਆਂ 3 ਦਿਨ ਬੀਤ ਗਏ। ਹਾਰ ਭਏ ਸਭ ਲੋਗ ਅਚੇਤੂ, ਐਸੀ ਬੇਹੋਸ਼ਾਂ ਵਾਲੀ ਹਾਲਤ ਹੋ ਗਈ, ਹੱਥ ਥੱਕ ਗਏ ਸਾਰੇ ਲੋਗ। ਤੋ ਉਤ ਤੈ ਗੁਰੂ ਨਾਨਕ ਜੂ, ਤਾਂ ਉਧਰੋਂ ਭਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਰ ਤੈ ਪੁਨ ਆਇਸ ਲੈ ਸੁਖ ਸੇਤੂ, ਹਰੀ ਪਰਮਾਤਮਾ ਤੋਂ ਆਗਿਆ ਲੈ ਕੇ ਸੁੱਖਾਂ ਦੇ ਸੇਤ ਬਣ ਕੇ ਸੁੱਖਾਂ ਦਾ ਪੁਲ ਆਏ। ਤਬੈ ਬਿਦ ਤੇ ਧਰ ਪੈ, ਤੋ ਧਰਤੀ ਤੇ ਆ ਪ੍ਰਗਟ ਹੋਏ, ਵੇਈ ਚੋਂ ਬਾਹਰ ਨਿਕਲ ਆਏ। ਜਹ ਘਾਟ ਕਹਾਵਤ ਸੰਤ ਅਵੈ ਤੂ, ਦੱਸ ਵੀ ਦਿੱਤਾ ਪ੍ਰਗਟ ਕਿੱਥੇ ਹੋਏ ਭਾਈ, ਜਿੱਥੇ ਸੰਤ ਘਾਟ ਹੁਣ ਤੱਕ ਪ੍ਰਗਟ ਹੈ ਕਿਹਾ ਜਾਂਦਾ ਹੈ। ਭਾਵ ਗੁਰਦੁਆਰਾ ਸਾਹਿਬ ਦਾ ਨਾਂ ਸੰਤ ਘਾਟ ਸਾਹਿਬ ਗੁਰਦੁਆਰਾ ਹੈ। ਦੋਹਰਾ ਤਾਪ ਤਿਮਰ ਕਲ ਹਰਨ ਹਿਤ, ਸੁਖਦ ਕੁਮਦ ਜਨ ਬ੍ਰਿੰਦ। ਤਾਪ ਤਿਮਰ, ਤਿੰਨੇ ਤਾਪਾਂ ਨੂੰ ਕਲ ਹਰਨ ਹਿਤ, ਇਹ ਕਲਯੁਗ ਦੀ ਤ੍ਰਿਸ਼ਨਾ ਤਪਸ਼, ਇਹਨੂੰ ਤਮ ਤਾ ਤਿਮਰ ਜਾਂ ਅਗਿਆਨਤਾ ਹਨੇਰਾ, ਇਹਨੂੰ ਦੂਰ ਕਰਨ ਵਾਸਤੇ ਸੁਖਦ ਕੁਮਦ ਜਨ ਬ੍ਰਿੰਦ, ਤੇ ਭਾਈ ਦਾਸ ਰੂਪੀ ਜਿਹੜੇ ਕਮੀਆਂ ਨੇ ਉਹਨਾਂ ਨੂੰ ਸੁਖ ਦੇਣ ਵਾਸਤੇ ਛੀਰ ਸਿੰਧ ਬੇਈ ਵਿਖਿਓ ਪ੍ਰਗਟੇ ਗੁਰੂ ਸਮ ਇੰਦ। ਜਿਹੜੀ ਭਾਈ ਵੇਈ ਨਦੀ ਹੈ ਉਹਦੇ ਵਿੱਚੋਂ ਜਿਵੇਂ ਖੀਰ ਸਮੁੰਦਰ ਵਿੱਚੋਂ ਚੰਦਰਮਾ ਪ੍ਰਗਟ ਹੋਇਆ, ਸਤਿਗੁਰੂ ਵੇਈ ਵਿੱਚੋਂ ਇਉਂ ਪ੍ਰਗਟ ਹੋ ਗਏ ਹਨ। ਸਵਈਆ ਸੁਣ ਕੇ ਪੁਰ ਕੇ ਜਨ ਧਾਏ ਆਏ, ਪਤਾ ਲੱਗਿਆ ਲੋਕਾਂ ਨੂੰ ਤਾਂ ਭਾਈ ਸੁਲਤਾਨਪੁਰ ਲੋਧੀ ਦੇ ਲੋਕ ਸੁਣ ਕੇ ਦੌੜੇ ਆਏ। ਗੁਰ ਪੇਖਨ ਕੋ ਨਰ ਨਾਰ ਮਹਾਨੈ, ਮਹਾਨ ਬਹੁਤੇ ਮਾਈ ਭਾਈ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਭੱਜੇ ਆਏ। ਮੋਦ ਭਏ ਸਭ ਹੀ ਮਨ ਮੈਂ, ਸਾਰੇ ਹੀ ਮਨ ਵਿੱਚ ਬਹੁਤ ਖੁਸ਼ ਹੋਏ ਹਨ। ਗੁਰ ਕੋ ਪਿਖ ਕੈ ਸਭ ਬੰਧਨ ਠਾਨੈ, ਗੁਰੂ ਮਹਾਰਾਜ ਨੂੰ ਵੇਖ ਕੇ ਸਾਰਿਆਂ ਨੇ ਬੰਦਨਾ ਕੀਤੀ। ਹੋਏ ਰਹੇ ਬਿਸਮਾਦ ਮਹਾ, ਤੇ ਬਹੁਤ ਜ਼ਿਆਦੇ ਹੈਰਾਨ ਬਿਸਮਾਦ ਹੋ ਗਏ। ਜਹ ਕੌਤਕ ਨਾਹੇ ਲਖਿਓ ਤਬ ਕਾਨੈ, ਇਹੋ ਜਿਹਾ ਕੌਤਕ ਤਾਂ ਅਜ ਤੱਕ ਕਿਸੇ ਨੇ ਵੀ ਨਹੀਂ ਦੇਖਿਆ ਹੈ। ਤਾਂ ਦਿਨ ਤੇ ਗੁਰ ਨਾਹੇ ਗਏ, ਉਸ ਦਿਨ ਤੋਂ ਗੁਰੂ ਸਾਹਿਬ ਜੀ ਨਹੀਂ ਗਏ ਕਿੱਥੇ, ਨਿਜ ਧਾਮ ਵਿਖੈ ਅਰ ਵੀਚ ਦੁਕਾਨੈ, ਨਾ ਆਪਣੇ ਘਰ ਗਏ ਨੇ ਤੇ ਨਾ ਭਾਈ ਦੁਕਾਨ ਤੇ ਗਏ ਹਨ। ਛੋੜ ਉਦੰਗਲ ਬੈਠ ਰਹੇ ਤਬ, ਉਦੰਗਲ ਹੁੰਦਾ ਹੈ ਜਿਵੇਂ ਆਮ ਕਹਿੰਦੇ ਨੇ ਡੰਡ ਰੌਲਾ ਪ੍ਰਵਿਰਤੀ ਸੰਸਾਰੀ ਗੱਲ, ਇਕੱਠੇ ਛੱਡ ਕਰਕੇ ਸਤਿਗੁਰੂ ਜੀ ਜੰਗਲ ਮੈਂ ਮਨ ਮੰਗਲ ਮਾਨੈ, ਜੰਗਲਾਂ ਦੇ ਵਿੱਚ ਸਤਿਗੁਰਾਂ ਨੇ ਮੰਗਲ ਲਾ ਦਿੱਤੇ। ਦੌਲਤ ਖਾਂ ਲੋਹਾਨ ਸਭੀ ਜਨ,
दौलत खां तू लै के होर जितने सारे ही, धाम लिजावन को हठ ठानै। गुरु ਸਾਹਿਬ ਨੂੰ ਘਰ ਲਿਜਾਣ ਵਾਸਤੇ ਹੱਠ ਕਰਦੇ ਹਨ। ਬਾਨ ਮਹਾ ਸੁਖ ਦਾਨ ਮਹਾਨ, ਬਾਨ ਮਹਾ ਸੁਖ ਦਾਨ ਮਹਾਨ। ਬਾਨ ਕਹੀਏ ਬਾਣੀ, ਗੁਰਬਾਣੀ ਜਿਹੜੀ ਮਹਾ ਸੁੱਖਾਂ ਦੀ ਦਾਤੀ ਮਹਾਨ ਬਾਣੀ। ਗੁਰੂ ਤਬ ਐਸ ਸੁਨਾਵਹਿ ਤਾਨੈ। ਗੁਰੂ ਮਹਾਰਾਜ ਉਹਨਾਂ ਨੂੰ ਇਸ ਤਰ੍ਹਾਂ ਸੁਣਾਉਂਦੇ ਹਨ, ਜੋ ਸੁਣ ਕੇ ਭਵ ਖੇਦ ਮਿਟੈ। ਜਿਸ ਬਾਣੀ ਨੂੰ ਸੁਣ ਕੇ ਸੰਸਾਰ ਦੇ ਭਵ ਖੇਦ, ਭਵ ਨਾਮ ਸੰਸਾਰ ਦਾ ਖੇਦ, ਦੁੱਖ ਮਿਟਦੇ ਨੇ। ਮਨ ਹੋਏ ਉਦੈ ਨਿਰਵੇਦ ਮਹਾਨੈ। ਨਿਰਵੇਦ ਵਿਰਾਗ, ਮਨ ਦੇ ਵਿੱਚ ਭਾਈ ਮਹਾਨ ਵਿਰਾਗ ਪੈਦਾ ਹੋ ਜਾਂਦਾ। ਦੇਸ਼ ਵਿਦੇਸ਼ਨ ਤੇ ਨਰ ਨਾਰ, ਔਰ ਦੇਸ਼ਾਂ ਵਿਦੇਸ਼ਾਂ ਤੋਂ ਮਾਈ ਭਾਈ ਅਪਾਰ ਦੀਦਾਰ ਲਿਏ ਚੱਲ ਆਵੇ। ਗੁਰੂ ਸਾਹਿਬ ਦੇ ਮਹਾਨ ਦਰਸ਼ਨਾਂ ਵਾਸਤੇ ਚੱਲ ਕਰਕੇ ਆਉਂਦੇ ਨੇ। ਭੀਰ ਰਹੇ ਗੁਰ ਪੈ ਨਿਸ ਦਿਓਸ। ਗੁਰੂ ਮਹਾਰਾਜ ਦੇ ਅੱਗੇ ਹੁਣ ਦਿਨ ਰਾਤ ਭੀੜ ਰਹਿੰਦੀ ਹੈ। ਜਥਾ ਸ਼ਕਤੀ ਸਭ ਭੇਟ ਚੜਾਵੇ। ਜਥਾ ਸ਼ਕਤ ਭਾਈ ਮਾਇਆ ਇਤਿਆਦਿਕ ਭੇਟਾ ਚੜਾਉਂਦੇ ਐ ਮਹਾਰਾਜ ਨੂੰ। ਸੋ ਧਨ ਲੈ ਗੁਰ ਲੰਗਰ ਲਾਈ। ਉਹ ਧਨ ਲੈ ਕੇ ਸਤਿਗੁਰੂ ਜੀ ਲੰਗਰ ਲਗਾ ਦਿੰਦੇ ਨੇ। ਤਬੈ ਕੁਣਕਾ ਕਰਕੇ ਬਟਵਾਵੇ। ਸਾਰਿਆਂ ਦੇ ਵਿੱਚ ਉਹ ਭਾਈ ਜੋ ਅੰਨ ਪਾਣੀ ਜੋ ਕੁਛ ਬਣਦਾ ਕੜਾ ਪ੍ਰਸ਼ਾਦ ਵਰਤਾਉਂਦੇ ਹਨ। ਦੇਸ ਅਸ਼ੇਸ਼ ਵਿਖੇ ਗੁਰ ਕਾ ਜਸ। ਤੋ ਦੇਸ਼ਾਂ ਵਿੱਚ ਸਾਰੇ ਹੀ ਦੂਰ ਦਰਾਡੇ ਗੁਰੂ ਮਹਾਰਾਜ ਦਾ ਜਸ। ਫੈਲ ਵਿਸ਼ੇਸ਼ ਗਇਓ ਸਭ ਥਾਵੇਂ। ਸਾਰੀਆਂ ਥਾਵਾਂ ਤੇ ਵਿਸ਼ੇਸ਼ ਕਰਕੇ ਜਾਂ ਬਹੁਤਾ ਕਰਕੇ ਫੈਲ ਗਿਆ ਹੈ। ਕਬਿਤ ਜੈਸੀ ਜਾ ਕੀ ਕਾਮਨਾ ਹੈ, ਕਰੇ ਸਭ ਪੂਰਨ। ਜਿਹੋ ਜੀ ਕਿਸੇ ਦੀ ਕਾਮਨਾ ਹੁੰਦੀ ਮਹਾਰਾਜ ਪੂਰਨ ਕਰਦੇ। ਪੂਰਨ ਗੁਰ ਤੂਰਨ ਜ਼ਰੂਰ ਪੂਰ ਭਾਂਤ ਕੀ। ਗੁਰੂ ਪੂਰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਜ਼ਰੂਰ ਹੀ ਪੂਰ ਭਾਂਤ ਕੀ ਸਾਰੀ ਤਰ੍ਹਾਂ ਦੀਆਂ ਉਹਦੀਆਂ ਕਾਮਨਾਵਾਂ ਨੂੰ ਪੂਰੀਆਂ ਕਰਦੇ ਐ। ਪਾਏ ਉਪਦੇਸ਼ ਸੇਸ ਕਾਟ ਕੈ ਕਲੇਸ਼ ਜਨ। ਤੇ ਗੁਰੂ ਮਹਾਰਾਜ ਜੀ ਦਾ ਵਿਸ਼ੇਸ਼ ਕਰਕੇ ਬੇਅੰਤ ਮਹਾਨ ਉਪਦੇਸ਼ ਪਾ ਕੇ ਲੋਕ ਆਪਣੇ ਕਲੇਸ਼ਾਂ ਨੂੰ ਕੱਟਦੇ ਹਨ। ਪਾਵਨ ਹੋਇ ਜਾਵਨ ਸੇ ਆਵਨ ਸੁਪਾਤ ਕੀ। ਇਹਦੇ ਪਾਵਨ ਪਵਿੱਤਰ ਹੋ ਜਾਂਦੇ ਨੇ ਜੇ ਕੋਈ ਪਾਪੀ ਵੀ ਮਹਾਰਾਜ ਕੋਲੇ। ਪਾਤ ਕੀ ਨਾਮ ਹੈ ਪਾਪੀ ਦਾ, ਪਾਪੀ ਵੀ ਆਉਂਦਾ ਹੈ। ਜੈਸੇ ਮਹਾਮੇਘ ਤੇ ਮਹਾਨ ਮੇਹ ਪਾਏ ਕਰ। ਜਿਵੇਂ ਭਾਈ ਬਹੁਤ ਮਹਾਨ ਮੇਘ ਬੱਦਲਾਂ ਤੋਂ ਬਹੁਤ ਜ਼ਿਆਦੇ ਮੀਂਹ ਪੈਂਦਾ ਹੈ। ਮਹੀ ਮਦ ਮੋਦ ਔ ਪ੍ਰਮੋਦ ਛਾਏ ਛਾਂਤ ਕੀ। ਤੇ ਜਿਹੜੀ ਭਾਈ ਧਰਤੀ ਹੈ ਉਹ ਬਹੁਤ, ਧਰਤੀ ਤੇ ਸਭ ਜੀਆ ਜੰਤ ਖੁਸ਼ ਹੋ ਜਾਂਦੇ ਨੇ। ਸਾਰਿਆਂ ਨੂੰ ਸ਼ਾਂਤੀ ਰਸ ਮਿਲ ਜਾਂਦਾ। ਤੈਸੇ ਗੁਰਬਾਣੀ ਸੁਖਦਾਨੀ ਕਾਨੀ ਸੁਨ ਸਿੱਖ। ਇਸੇ ਤਰ੍ਹਾਂ ਸੁੱਖਾਂ ਦੀ ਦਾਤੀ ਗੁਰਬਾਣੀ ਨੂੰ ਕੰਨਾਂ ਨਾਲ ਸੁਣ ਕੇ ਜਿਤਨੇ ਸਿੱਖ ਨੇ। ਮੋਦ ਹੋਤ ਸਵਾਂਤ ਜਿਮ ਪਾਏ ਗਨ ਚਾਂਤ ਕੀ। ਜਿਵੇਂ ਭਾਈ ਸ਼ਾਂਤੀ ਬੂੰਦ ਪਾ ਕੇ ਪਪੀਹਾ ਸ਼ਾਂਤ ਹੋ ਜਾਂਦਾ, ਤ੍ਰਿਪਤ ਹੋ ਜਾਂਦਾ। ਗੁਰ ਸਿੱਖਿਓ ਤ੍ਰਿਪਤ ਹੋ ਜਾਂਦੇ ਹਨ। ਗੁਰੂ ਕਾ ਪ੍ਰਤਾਪ ਪੇਖ ਭਇਓ ਪ੍ਰਤਾਪ ਤਬ। ਗੁਰੂ ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ, ਪ੍ਰਤਾਪ ਪ੍ਰਤਾਪ ਕਹਿੰਦੇ ਫਲਾਣੇ ਬੰਦੇ ਦਾ ਪ੍ਰਤਾਪ। ਪ੍ਰਤਾਪ ਗੁਰਮੁਖੋ ਈਰਖਾ ਨੂੰ ਵੀ ਕਹਿੰਦੇ ਆ। ਬਹੁਤ ਹੀ ਜ਼ਿਆਦੇ ਈਰਖਾ ਹੋਈ। ਕਾਜੀ ਔਰ ਪੰਡਤ ਮੁਲਾਨਿਓ ਕੇ ਚਿੱਤ ਮੈਂ। ਕਾਜੀ ਪੰਡਤਾਂ ਦੇ ਮੁਲਾਣਿਆਂ ਦੇ ਚਿੱਤ ਵਿੱਚ ਈਰਖਾ ਹੋ ਗਈ। ਆਏ ਗੁਰ ਪਾਸ ਖਾਸ ਚਰਚਾ ਚਲਾਵੇ ਭਾਵੇ। ਗੁਰੂ ਮਹਾਰਾਜ ਦੇ ਕੋਲੇ ਆ ਕੇ ਚਰਚਾ ਕਰਦੇ ਨੇ ਜੋ ਭਾਵੇ, ਜੋ ਉਹਨਾਂ ਨੂੰ ਗੱਲਾਂ ਚੰਗੀਆਂ ਲੱਗਦੀਆਂ ਉਹ ਕਹਿੰਦੇ ਆ। ਜਲਪ ਬਤੰਡੇ ਹੱਠ ਠਾਨ ਕੈ ਕੋਹਿਤ ਮੈਂ। ਜਲਪ ਬਤੰਡਾ, ਜਲਪ ਵਿਚਾਰਕ ਹੁੰਦੀ ਹੈ, ਜਲਪ ਤੇ ਦੂਜੀ ਹੁੰਦੀ ਹੈ ਬਤੰਡਾ, ਬਤੰਡਾਵਾਦ, ਜਲਪਵਾਦ। ਕਿ ਆਪਣੀ ਜਲਪ ਕਹਿੰਦੇ ਨੇ ਆਪਣੀ ਗੱਲ ਨੂੰ ਕਹਿਣ ਵਾਸਤੇ
ਦੂਜੇ ਦੀ ਗੱਲ ਨੂੰ ਰੱਦ ਕਰਨਾ। ਵਤੰਡਾਵਾਦ ਹੁੰਦਾ ਹੱਠ ਕਰਨਾ, ਝਗੜਾ ਕਰ ਕਰਕੇ ਕੋਈ ਗੱਲ ਕਹਿਣੀ, ਜੇ ਕੋਈ ਗੱਲ ਨਾ ਮੰਨੇ ਉਹਦੇ ਨਾਲ ਝਗੜੇ ਤੇ ਉਤਰ ਆਉਣਾ, ਮੇਰੀ ਗੱਲ ਤੂੰ ਕਿਉਂ ਨਹੀਂ ਮੰਨਦਾ। ਇਹ ਚਰਚਾ ਨਹੀਂ ਨਾ ਹੁੰਦੀ, ਇਹ ਵਤੰਡਾਵਾਦ ਹੈ। ਇਹੋ ਜੀਆਂ ਗੱਲਾਂ ਕਹਿੰਦੇ ਉਹ ਹੱਠ ਨਾਲ ਕਰਦੇ ਹਨ। ਬਾਣੀ ਗੁਣ ਖਾਨੀ ਸੁਖ ਦਾਨੀ ਗੋਰੇ ਐ ਸਰਰੈ। ਗੁਰੂ ਮਹਾਰਾਜ ਸੁੱਖਾਂ ਦੀ ਦਾਤੀ ਬਾਣੀ ਨੂੰ ਇਸ ਤਰ੍ਹਾਂ ਉਚਾਰਦੇ, ਸੁਣ ਕੈ ਸੋ ਉੱਤਰ ਨਿਰੁੱਤਰ ਹੋਇ ਜਿਤ ਮੈਂ। ਤੋ ਗੁਰਬਾਣੀ ਸੁਣ ਕੇ ਫਿਰ ਸਾਰਾ ਉੱਤਰ ਦਿੰਦੇ ਤੇ ਜਿੰਨੇ ਕਾਜੀ ਮੁਲਾਣੇ ਪੰਡਤ ਨਿਰੁੱਤਰ ਹੋ ਜਾਂਦੇ ਆ। ਸੋਈ ਸਭ ਸੂਰਜ ਪ੍ਰਕਾਸ਼ ਮੈਂ ਬਿਲਾਸ ਲਿਖੇ। ਕਹਿੰਦੇ ਭਾਈ ਇਹ ਕਿਵੇਂ ਹੋਏ? ਉਹ ਸਾਰੇ ਗਿਆਨੀ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਦੇ ਵਿੱਚ ਮਹਾਰਾਜ ਦੇ ਕੌਤਕ ਲਿਖੇ ਹੋਏ ਹਨ। ਗ੍ਰੰਥ ਕੇ ਬਢਣ ਡਰ ਲਿਖੇ ਤਾਹੇ ਇਤ ਮੈਂ। ਇਸ ਕਰਕੇ ਮੈਂ ਇੱਥੇ ਨਹੀਂ ਲਿਖੇ ਕਿਉਂਕਿ ਗ੍ਰੰਥ ਨਾ ਵੱਧ ਜਾਵੇ। ਇਸ ਭਾਵਨਾ ਨਾਲ ਇਹ ਵਿਚਾਰ ਜਿਹੜੀ ਹੈ ਇੱਥੇ ਨਹੀਂ ਲਿਖੀ। ਤੋਂ ਸੰਖੇਪ ਗੱਲ ਕਹਿ ਰਹੇ ਨੇ। ਹੁਣ ਟਾਈਮ ਹੋ ਗਿਆ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਾਰੇ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।